ਹੁਣ ਅਸੀਂ ਸੋਲਿਡ ਜਿਓਮੈਟਰੀ ਕਰਨੀ ਹੈਗੀ ਹੈ ਸਟਾਰਟ। ਸੋਲਿਡ ਜਿਓਮੈਟਰੀ ਫਸਟ ਚੈਪਟਰ ਟਰਾਂਸਫੋਰਮੇਸ਼ਨ ਆਫ ਐਕਸਿਸ ਤੇ ਐਕਸਰਸਾਈਜ਼ ਉਸਦੀ ਅਸੀਂ ਫਨੀ ਕਰਨ ਲੱਗੇ ਹਾਂ। ਠੀਕ ਹੈ, ਇਸ ਦੇ ਵਿੱਚ ਪੂਰੀ ਐਕਸਰਸਾਈਜ਼ 'ਚ ਸਿਰਫ ਤਿੰਨ ਫਾਰਮੂਲੇਜ਼ ਹੀ ਨੇ, ਉਸ ਦੇ ਉੱਤੇ ਹੀ ਸਾਰੀ ਗੱਲ ਹੋਏਗੀ। ਅੱਜ ਇਸ ਵੀਡੀਓ 'ਚ ਅਸੀਂ ਸਾਰੀ ਐਗਜ਼ਾਮਪਲਸ ਕਰ ਲੈਂਦੇ ਹਾਂ ਜੋ ਬੁੱਕ ਦੇ ਵਿੱਚ ਨੇ, ਅਤੇ ਨੈਕਸਟ ਅਸੀਂ ਕੀ ਕਹਿੰਦੇ ਨੇ ਇਸ ਐਕਸਰਸਾਈਜ਼ 'ਚ ਜੋ ਪ੍ਰੀਵੀਅਸ ਈਅਰ ਆਏ ਹੋਏ ਨੇ ਪਿਛਲੇ 10-12 ਸਾਲ ਦੇ, ਉਹ ਕਰ ਲਾਂਗੇ। ਠੀਕ ਹੈ, ਤਾਂ ਫਾਰਮੂਲੇਜ਼ ਜੋ ਨੇ ਸਿਰਫ ਇਹ ਤਿੰਨ ਫਾਰਮੂਲੇਜ਼ ਨੇ ਜਿਸ ਦੇ ਉੱਤੇ ਪੂਰੀ ਐਕਸਰਸਾਈਜ਼ ਹੈ 1A ਜੋ ਹੈ ਡਿਪੈਂਡ ਹੈ। ਫਾਰਮੂਲੇ ਕੀ ਹੈ? ਸਿੰਪਲ ਜਿਹੇ ਨੇ, x x ਡੈਸ਼ ਪਲੱਸ ਐਲਫਾ, y y ਡੈਸ਼ ਪਲੱਸ ਬੀਟਾ ਅਤੇ z z ਡੈਸ਼ ਪਲੱਸ ਗਾਮਾ। ਸਿਰਫ ਇਹ ਫਾਰਮੂਲੇਜ਼ ਨੇ ਜਿਹਦੇ ਵਿੱਚ x y z ਕੀ ਨੇ? ਸਾਡੇ ਓਰੀਜਨਲ ਜੋ ਪੁਆਇੰਟਸ ਨੇ। ਠੀਕ ਹੈ, ਹੁਣ ਓਰੀਜਨਲ ਅਤੇ ਨਿਊ ਅਤੇ ਉਹ ਸਭ ਕੀ ਨੇ, ਉਸ ਸਭ ਬਾਰੇ ਵੀ ਗੱਲ ਹੋਏਗੀ, ਉਹ ਕੁਐਸਚਨ ਦੇ ਵਿੱਚ ਅਸੀਂ ਦੇਖ ਕੇ ਸਮਝਾਂਗੇ। ਬਟ ਅਸੀਂ ਇਹ ਸਮਝਣਾ ਕਿ x y z ਜੋ ਨੇ ਸਾਡੇ ਓਰੀਜਨਲ ਨੇ, x ਡੈਸ਼ y ਡੈਸ਼ z ਡੈਸ਼ ਉਹ ਜਿਹੜੇ ਨੇ ਉਹ ਸਾਡੇ ਕੀ ਨੇ? ਨਿਊ ਕੋਆਰਡੀਨੇਟਸ ਨੇ। एक्स वाई जेड ओरिजिनल जो पहला सी, एक्स डैश वाई डैश जेड डैश जो न्यू आने वो ने, तो एल्फा बीटा गामा की है साडा न्यू ओरीजन है। हुण यह न्यू ओरीजन न्यू तो ओरीजिनल यह की गल हैगी है, असीं बुक दे विचों देख के समझते हैं। बुक दे विच इन्हां ने सानूं गल दसी हुई है शिफ्टिंग ऑफ रीजन, या चैप्टर जिवें नाम है ट्रांसफॉर्मेशन ऑफ एक्सिस। इस दे विच हुंदा की है, साडे जो ओरीजन हैगा, ठीक है, जिवें आ पॉइंट सीगा कुछ ओरीजन है वो ਇੱਥੇ x ਐਕਸਿਸ ਹੈ, y ਐਕਸਿਸ ਹੈ ਐਂਡ z ਐਕਸਿਸ ਹੈ। ਐਸੇ ਕਿ ਇਸ ਨੂੰ ਪੂਰੀ ਤਰ੍ਹਾਂ ਅਸੀਂ ਪੂਰਾ ਓਰੀਜਨ ਚੱਕ ਕੇ ਇੱਥੇ ਸ਼ਿਫਟ ਕਰਤਾ ਤਾਂ ਸਾਡਾ ਕੁਝ ਨਿਊ ਓਰੀਜਨ ਆ ਜਾਏਗਾ। ਓਰੀਜਨ ਅਸੀਂ ਇੱਥੇ ਪਹਿਲਾਂ ਓਰੀਜਨ ਸੀਗਾ, ਸਾਨੂੰ ਪਤਾ ਓਰੀਜਨ ਦੀ ਵੈਲਿਊ ਕਿੰਨੀ ਹੁੰਦੀ 0 0 0। ਇੱਥੇ ਓਰੀਜਨ ਦੀ ਵੈਲਿਊ ਹੈ ਸੀ, ਉਸ ਨੂੰ ਚੇਂਜ ਕਰਕੇ ਅਸੀਂ ਕਿਸੇ ਹੋਰ ਪੁਆਇੰਟ 'ਤੇ ਲੈ ਗਏ ਤਾਂ ਓਰੀਜਨ ਦੀ ਵੈਲਿਊ ਕੁਝ ਚੇਂਜ ਹੋ ਜਾਏਗੀ। ਉਹ ਕੀ ਹੈ? ਐਲਫਾ ਬੀਟਾ ਗਾਮਾ। ਤਾਂ ਕਰਕੇ ਅਸੀਂ ਲਿਖਿਆ ਨਿਊ ਓਰੀਜਨ। ਐਲਫਾ ਬੀਟਾ ਗਾਮਾ ਕੀ ਹੈ? ਸਾਡਾ ਨਿਊ ਓਰੀਜਨ, ਜਿੱਥੇ ਅਸੀਂ ਓਰੀਜਨ ਨੂੰ ਲੈ ਕੇ ਜਾਵਾਂਗੇ। ਹੁਣ ਜੋ ਸਾਡਾ ਪਹਿਲੇ ਪੁਆਇੰਟ ਸੀਗੇ ਐਕਸ ਕੋਆਰਡੀਨੇਟ ਵਾਈ ਕੋਆਰਡੀਨੇਟ ਤੇ ਜ਼ੈਡ ਕੋਆਰਡੀਨੇਟ, ਠੀਕ ਹੈ, ਉਹ ਸਾਡੇ ਕੀ ਨੇ? ਓਲਡ ਓਰੀਜਨ। ਤਾਂ ਆਪਣੇ ਜੋ ਐਕਸ ਵਾਈ ਜ਼ੈਡ ਓਰੀਜਨਲ ਕਹਿ ਲਓ ਜਾਂ ਇਸ ਨੂੰ ਅਸੀਂ ਓਲਡ ਕਹਿ ਸਕਦੇ ਹਾਂ, ਦੋਨੋਂ ਚੀਜ਼ਾਂ ਚੱਲ ਸਕਦੀਆਂ। ਉਹ ਸਾਡੇ ਹੈਗੇ ਨੇ ਕੋਆਰਡੀਨੇਟ ਜੋ ਪਹਿਲਾਂ ਸੀਗੇ, ਪਹਿਲੇ ਵਾਲੇ ਓਰੀਜਨ 'ਤੇ ਸੀਗੇ ਐਕਸ ਵਾਈ ਜ਼ੈਡ। ਦੈਨ ਜਦੋਂ ਅਸੀਂ ਨਿਊ ਓਰੀਜਨ 'ਤੇ ਗਏ ਹਾਂ, ਨਿਊ ਓਰੀਜਨ 'ਤੇ ਜਾਵਾਂਗੇ ਜਦੋਂ, ਤਦ ਸਾਡੇ ਐਕਸ ਵਾਈ ਐਂਡ ਜ਼ੈਡ ਕੋਆਰਡੀਨੇਟਸ ਚੇਂਜ ਹੋ ਜਾਣਗੇ। ਜੋ ਇੱਥੇ ਸੀ ਉਹ ਨਹੀਂ ਰਹਿਣਗੇ, ਇੱਧਰ ਆਉਣ 'ਤੇ ਇੰਨਾ ਸਾਡਾ ਡਿਸਟੈਂਸ ਵੱਧ ਗਿਆ ਨਾ, ਉਸ ਕਰਕੇ ਸਾਡੇ ਐਕਸ ਵਾਈ ਜ਼ੈਡ ਵੀ ਬਦਲ ਜਾਣਗੇ ਅਤੇ ਬਦਲਣ ਕਰਕੇ ਸਾਡੇ ਕੁਛ ਨਿਊ ਕੋਆਰਡੀਨੇਟਸ ਬਣ ਜਾਣਗੇ। ਉਸ ਨੂੰ ਅਸੀਂ ਕੀ ਕਹਾਂਗੇ? ਐਕਸ ਡੈਸ਼ ਵਾਈ ਡੈਸ਼ ਜ਼ੈਡ ਡੈਸ਼। ਠੀਕ ਹੈ, ਤਾਂ ਓਰੀਜਨਲ ਜਿਹੜੇ ਸੀਗੇ ਓਰੀਜਨਲ ਸੀਗੇ ਮੇਨਲੀ ਹੈ ਐਕਸ ਵਾਈ ਜ਼ੈਡ। ਦੈਨ ਕੀ ਕਹਿੰਦੇ ਨੇ? ਨਿਊ ਕੋਆਰਡੀਨੇਟਸ ਜੋ ਬਣੇ ਐਕਸ ਡੈਸ਼ ਵਾਈ ਡੈਸ਼ ਜ਼ੈਡ ਡੈਸ਼, ਅਤੇ ਜਿਸ ਓਰੀਜਨ 'ਤੇ ਜਾਣ ਦੀ ਵਜ੍ਹਾ ਨਾਲ ਨਿਊ ਕੋਆਰਡੀਨੇਟਸ ਬਣ ਰਹੇ ਨੇ ਉਹ ਸਾਡਾ ਐਲਫਾ ਬੀਟਾ ਐਂਡ ਗਾਮਾ। ਠੀਕ ਹੈ, ਇਹ ਬੇਸਿਕਲੀ ਥੋੜ੍ਹੀ ਜਿਹੀ ਇੰਟਰੋਡਕਸ਼ਨ ਸੀਗੀ ਐਕਸਰਸਾਈਜ਼ ਦੀ, ਇੰਨੀ ਹੀ ਇੰਟਰੋਡਕਸ਼ਨ ਹੈ। ਹੁਣ ਅਸੀਂ ਐਗਜ਼ਾਮਪਲਸ ਕਰਦੇ ਹਾਂ। ਐਗਜ਼ਾਮਪਲਸ ਤੋਂ ਤੁਹਾਨੂੰ ਜ਼ਿਆਦਾ ਵਧੀਆ ਸਮਝ ਲੱਗੇਗਾ। ਤਾਂ ਐਗਜ਼ਾਮਪਲਸ 'ਤੇ ਅਸੀਂ ਆਈਏ। ਫਸਟ ਐਗਜ਼ਾਮਪਲ ਜਿਵੇਂ ਸਾਨੂੰ ਕਹਿ ਰਹੀ ਹੈਗੀ ਹੈ, ਫਸਟ ਐਗਜ਼ਾਮਪਲ ਦਾ ਫਸਟ ਪਾਰਟ ਅਸੀਂ ਚੈੱਕ ਕਰਦੇ ਹਾਂ। ਫਾਈਂਡ ਦ ਨਿਊ ਕੋਆਰਡੀਨੇਟਸ ਆਫ ਦ ਪੁਆਇੰਟ -1 -4 0। ਯਾਨੀ ਉਹਨਾਂ ਨੇ ਨਿਊ ਕੋਆਰਡੀਨੇਟ ਕਿਹਾ ਹੈਗਾ ਫਾਈਂਡ ਕਰਨ ਨੂੰ, ਕਿਸ ਪੁਆਇੰਟ ਦੇ? ਇਸ ਪੁਆਇੰਟ ਦੇ, ਯਾਨੀ ਕਿ ਇਹ ਸਾਡਾ ਪੁਰਾਣਾ ਪੁਆਇੰਟ ਹੋਏਗਾ ਕੋਈ, ਤਾਂ ਹੀ ਕਰਕੇ ਉਹਨਾਂ ਨੇ ਕਿਹਾ ਇਸ ਪੁਆਇੰਟ ਦੇ ਨਿਊ ਕੋਆਰਡੀਨੇਟ ਦੱਸੋ। ਤਾਂ ਕੁਐਸਚਨ ਨੂੰ ਦੇਖ ਕੇ ਸਾਨੂੰ ਪਤਾ ਚੱਲ ਰਿਹਾ ਇਹ ਚੀਜ਼ ਕੀ ਹੈ ਸਾਡੀ, ਐਕਸ ਵਾਈ ਐਂਡ ਜ਼ੈਡ। ਠੀਕ ਹੈ, ਇਫ ਦੈਟ ਓਰੀਜਨ ਇਜ਼ ਸ਼ਿਫਟਡ ਟੂ ਦਿਸ, ਹੁਣ ਓਰੀਜਨ ਦੀ ਗੱਲ ਆ ਗਈ। ਅਗਰ ਉਹਨਾਂ ਨੇ ਕਿਹਾ ਇਫ ਦ ਓਰੀਜਨ ਇਜ਼ ਸ਼ਿਫਟਡ ਟੂ ਦਿਸ ਪੁਆਇੰਟ, ਓਰੀਜਨ ਸ਼ਿਫਟ ਹੋ ਕੇ ਇਸ ਪੁਆਇੰਟ 'ਤੇ ਆ ਰਿਹਾ, ਯਾਨੀ ਇਹ ਸਾਡਾ ਕੀ ਹੋ ਗਿਆ? ਐਲਫਾ ਬੀਟਾ ਐਂਡ ਗਾਮਾ। ਦ ਨਿਊ ਐਕਸਿਸ ਬੀਂਗ ਪੈਰਲਰ ਟੂ ਦ ਓਰੀਜਨਲ, ਅਤੇ ਨਿਊ ਐਕਸਿਸ ਪੈਰਲਰ ਨੇ ਓਰੀਜਨਲ ਦੇ। ਉਹ ਉਹਨਾਂ ਨੇ ਗੱਲ ਕਹੀ ਹੋਈ ਹੈ ਕਿ ਜਿਹੜੀ ਸਾਡੀ ਨਿਊ ਐਕਸਿਸ ਹੈਗੀ ਹੈ, ਨਿਊ ਐਕਸਿਸ ਇਹਦੇ ਪੈਰਲਰ ਹੈ। ਸਾਨੂੰ ਪੈਰਲਰ ਨਜ਼ਰ ਆ ਰਹੀ ਹੁੰਦੀ ਨਾ, ਉਸ ਬਾਰੇ ਦੱਸਿਆ। ਉਸ ਨੂੰ ਜ਼ਿਆਦਾ ਵੈਸੇ ਉਸਦਾ ਕੋਈ ਰੋਲ ਨਹੀਂ ਹੈ ਇੰਨਾ। ਠੀਕ ਹੈ, ਹੁਣ ਇਸ ਦੇ ਬਾਰੇ ਅਸੀਂ ਮੇਨਲੀ ਗੱਲ ਕਰਦੇ ਹਾਂ। ਕੁਐਸਚਨ ਸੋਲਵ ਕਿੱਦਾਂ ਕਰਨਾ ਹੈ? ਐਕਸ ਵਾਈ ਜ਼ੈਡ ਐਲਫਾ ਬੀਟਾ ਗਾਮਾ, ਸਾਨੂੰ ਇਹ ਦੋਨਾਂ ਦੀ ਵੈਲਿਊਜ਼ ਪਤਾ। ਫਾਈਂਡ ਕੀ ਕਰਨਾ? ਨਿਊ ਕੋਆਰਡੀਨੇਟ। ਨਿਊ ਕੋਆਰਡੀਨੇਟਸ ਕੀ ਸੀਗੇ ਸਾਡੇ? ਐਕਸ ਡੈਸ਼ ਵਾਈ ਡੈਸ਼ ਅਤੇ ਜ਼ੈਡ ਡੈਸ਼, ਇਹੀ ਸੀਗੇ। ਅਤੇ ਫਾਰਮੂਲਾ ਸਾਨੂੰ ਪਤਾ। ਫਾਰਮੂਲਾ ਕੀ ਸੀ ਸਾਡਾ? x is equals to x dash plus alpha, y is equals to y dash plus beta, z is equals to z dash plus gamma। ਇਹੀ ਅਸੀਂ ਜਸਟ ਪੁੱਟ ਕਰ ਦੇਣਾ। ਤਾਂ ਅਸੀਂ ਉਹੀ ਇੱਥੇ ਕੀਤਾ ਹੋਇਆ। ਓਰੀਜਨਲ ਕੋਆਰਡੀਨੇਟ ਸਾਨੂੰ ਪਤਾ, ਪਹਿਲਾਂ ਅਸੀਂ ਲਿਖ ਲਿਆ। ਪੂਰੀ ਵੇ ਦੇ ਨਾਲ ਲਿਖਣਾ ਇੱਕ ਤਰ੍ਹਾਂ, ਤਾਂ ਕਰਕੇ ਅਸੀਂ ਫਸਟ ਲਿਖਾਂਗੇ ਓਰੀਜਨਲ ਕੋਆਰਡੀਨੇਟਸ। ਓਰੀਜਨਲ ਕੋਆਰਡੀਨੇਟਸ ਕੀ ਸੀਗੇ? -1 -4 ਤੇ 0, ਜੋ ਕਿ ਮੈਂ ਇੱਥੇ ਦੱਸ ਦਿੱਤਾ ਐਕਸ ਵਾਈ ਜ਼ੈਡ। ਤਾਂ ਉਹਨਾਂ ਨੇ ਉਹੀ ਕੀਤਾ, ਐਕਸ ਦੀ ਵੈਲਿਊ -1 ਹੈ, ਵਾਈ ਦੀ ਵੈਲਿਊ -4 ਹੈ ਐਂਡ ਜ਼ੈਡ ਦੀ ਵੈਲਿਊ 0 ਹੈ। ਠੀਕ ਹੈ, ਉਸੇ ਤਰ੍ਹਾਂ ਓਰੀਜਨ ਸ਼ਿਫਟ ਹੋਇਆ ਤਾਂ ਓਰੀਜਨ ਸ਼ਿਫਟ ਹੋਣ ਦੀ ਉਹਦੀ ਵੈਲਿਊ ਐਲਫਾ ਬੀਟਾ ਗਾਮਾ ਦੀ ਵੀ ਸਾਨੂੰ ਪਤਾ ਹੈ। ਉਹ ਕੀ? ਐਲਫਾ ਦੀ -2, ਬੀਟਾ ਦੀ -3 ਅਤੇ ਗਾਮਾ ਦੀ -4।
ठीक है। तो न्यू कोऑर्डिनेट्स ਅਸੀਂ ਫਾਈਂਡ ਕਰਨੇ ਸੀਗੇ, ਤਾਂ ਅਸੀਂ ਕਿਹਾ ਲੈਟ x ਡੈਸ਼ y ਡੈਸ਼ z ਡੈਸ਼ ਬੀ ਦ ਨਿਊ ਕੋਆਰਡੀਨੇਟ ਆਫ ਦਿਸ ਪੁਆਇੰਟ, ਕਿ ਅਸੀਂ ਇਹ ਕਹਿ ਦਿੱਤਾ x ਡੈਸ਼ y ਡੈਸ਼ z ਡੈਸ਼ ਇਹਦੇ ਨਵੇਂ ਕੋਆਰਡੀਨੇਟਸ ਹੋਣਗੇ। ਤਾਂ ਅਸੀਂ ਵੈਲਿਊ ਫਾਈਂਡ ਕਰਨੀ ਹੈ, ਜਸਟ ਫਾਰਮੂਲਾ ਸਾਨੂੰ ਪਤਾ, ਫਾਰਮੂਲੇ 'ਚ ਪੁੱਟ ਕਰ ਦਿਓ। ਫਾਰਮੂਲਾ ਕੀ ਸੀ ਸਾਡਾ, ਇਹ ਸੀ ਨਾ x ਇਜ਼ ਇਕੁਅਲ ਟੂ x ਡੈਸ਼ ਪਲੱਸ ਐਲਫਾ। x ਦੀ ਵੈਲਿਊ ਪਤਾ ਸਾਨੂੰ, x ਦੀ ਵੈਲਿਊ ਕਿੰਨੀ ਹੈ -1, ਤਾਂ ਇੱਥੇ -1 ਪੁੱਟ ਕਰ ਦਿਓ। इज इक्वल टू एक्स डैश नहीं पता, एल्फा की वैल्यू कितनी है, एल्फा की वैल्यू है -2, तो -2, तो एक्स डैश की वैल्यू कितनी आ जाएगी, एक्स डैश इतने रखो, इसमें उत्थे भेज दो, -1 + 2, एक्स डैश की वैल्यू कितनी आ गई 1, ठीक है। वही इतने आ रही होएगी, देखो एक्स डैश की वैल्यू कितनी आ रही है 1। इन्होंने सॉल्व करके इन्होंने ना एक्स दूसरी तरह किया कि एल्फा नू दूसरी साइड लैके, जिस तरह ਇੱਥੇ x ਇਜ਼ ਇਕੁਅਲ ਟੂ x ਡੈਸ਼ ਪਲੱਸ ਐਲਫਾ ਸੀ ਨਾ, ਇਹਨਾਂ ਨੇ ਕੀ ਕੀਤਾ, ਇਸ ਨੂੰ ਇਸ ਤਰ੍ਹਾਂ ਲਿਖ ਲਿਆ। ਬੁੱਕ ਦੇ ਵਿੱਚ ਵੀ ਇੱਥੇ ਗਿਵਨ ਹੈ ਕਿ ਇਸ ਤਰ੍ਹਾਂ ਵੀ ਅਸੀਂ ਲਿਖ ਸਕਦੇ ਹਾਂ, x ਮਾਈਨਸ ਐਲਫਾ ਇਜ਼ ਇਕੁਅਲ ਟੂ x ਡੈਸ਼, ਠੀਕ ਹੈ। ਉਹ ਇਹਨਾਂ ਨੇ ਲਿਖਿਆ ਹੈ ਕਿ x ਡੈਸ਼ ਇਜ਼ ਇਕੁਅਲ ਟੂ x ਮਾਈਨਸ ਐਲਫਾ, ਤੇ ਉਸ 'ਚ ਵੈਲਿਊ ਪੁੱਟ ਕਰਕੇ 1 ਆਂਸਰ ਕੀਤਾ ਹੋਇਆ। ਲੇਕਿਨ ਉਸ ਨਾਲ ਕਨਫਿਊਜ਼ਨ ਸਾਨੂੰ ਇਹ ਹੋ ਜਾਏਗੀ ਕਿ x ਡੈਸ਼ ਇੱਦਾਂ ਰੱਖਣਾ ਜਾਂ x ਇੱਥੇ ਰੱਖਣਾ, ਤਾਂ ਮੈਂ ਪ੍ਰੈਫਰ ਕਰਾਂਗਾ ਤੁਸੀਂ ਇੱਕੋ ਹੀ ਚੀਜ਼ ਯਾਦ ਰੱਖੋ, x ਇਜ਼ ਇਕੁਅਲ ਟੂ x ਡੈਸ਼ ਪਲੱਸ ਐਲਫਾ, क्योंकि फिर माइनस का चक्कर पै जाता है, इधर उधर तुम कन्फ्यूज हो सकते हो। तो कन्फ्यूज ना होने लिए तुम यही चीज़ याद रखो, एक्स इज इक्वल टू एक्स डैश प्लस एल्फा, कि डैश नाल प्लस हो रहा है जो साडी क्वांटिटी है, ठीक है। बाकी की कहते हैं उस तो बाद वैल्यूज पुट करन तो इधर उधर होके आंसर साडा सेम ही आएगा, जिवें हजे आ रहा है एक्स डैश की वैल्यू 1 आ रही है, उसी तरह असी वाई डैश की भी कट सकते हैं। वाई डैश की वैल्यू कड्ढण लई सानू वाई पता होना चाहिए, वाई की वैल्यू कितनी सी, सॉरी इत्थे वाई की वैल्यू कितनी सी -4, तो -4 पुट कर दो। -4 इज इक्वल्स टू वाई डैश प्लस बीटा, बीटा कितना सी साडा -3, तो -3, तो वाई डैश इत्थे रहेगा -4, माइनस जो उत्थे गया तो ऑब्वियसली इन्हें +3 बन जाना है, तो +3, वाई डैश की वैल्यू कितनी आ गई -1, वाई डैश भी निकल गया साडा। बुक दे विच इन्हां ने जो किया है उत्थे भी देख लो -1 ही वैल्यू आ रही है, वाई माइनस बीटा करके सेम ही वैल्यू आएगी। तो उस तरह हम Z डैश भी असी फाइंड कर सकते हैं, Z डैश फाइंड कर लो। Z डैश की वैल्यू फाइंड करने सानू की चाहिए, फॉर्मूला साडा की Z की वैल्यू कितनी सी 0, x y z की वैल्यू 0 है, तो 0 इज इक्वल्स टू Z डैश। हुण की कहते हैं इत्थे बीटा की वैल्यू बीटा कह सॉरी अल्फा की वैल्यू कितनी है, अल्फा बीटा गामा सॉरी गामा की वैल्यू है -4, तो -4 पुट कर दो, -4, तो Z डैश की आ जाएगा साडा, Z डैश आ जाएगा 4 दे इक्वल। लो एक्स डैश वाई डैश Z डैश की वैल्यू होगी, Z डैश इत्थे भी देख लो Z डैश की कड्ढिया Z डैश की वैल्यू 4 आ रही है, तो साडी तीनों वैल्यूज निकल गई। सिंपल जिहा ही क्वेश्चन सीगा। ਇਹੋ ਜਿਹੇ क्वेश्चन वैसे ਸਾਡੇ पेपर ਦੇ ਵਿੱਚ ਵੀ ਆ ਜਾਂਦੇ ਹੁੰਦੇ ਨੇ, 3 मार्क्स ਦੇ 2 पार्ट्स करके ਇਹ क्वेश्चन आते ਹੁੰਦੇ ਨੇ कि एक फर्स्ट क्वेश्चन जो है ਸਾਡੇ पेपर ਦਾ, ਉਸ 'ਚ फर्स्ट पार्ट ਇਹ वाला कोई क्वेश्चन हो सकता है, सैकेंड पार्ट कुछ दूसरा हो सकता हैगा वा, ਤਾਂ ਇਹ ਉਸ ਤਰੀਕੇ ਨਾਲ ਵੀ ਇੰਪੋਰਟੈਂਟ ਬਣ ਜਾਂਦੇ ਨੇ, ਠੀਕ ਹੈ। ਇਸੇ ਤਰ੍ਹਾਂ ਹੁਣ ਅਸੀਂ ਨੈਕਸਟ ਕੁਐਸਚਨ ਵੀ ਕਰ ਸਕਦੇ ਹਾਂ, ਸੇਮ ਟੂ ਸੇਮ ਹੀ ਹੈ। ਲਿਖਿਆ ਕੀ ਹੋਇਆ, ਇਫ ਔਨ ਸ਼ਿਫਟਿੰਗ ਦਾ ਓਰੀਜਨ ਟੂ ਪੁਆਇੰਟ ਦਿਸ, ਕਿ ਅਗਰ ਅਸੀਂ ਓਰੀਜਨ ਨੂੰ ਇਸ ਪੁਆਇੰਟ 'ਤੇ ਸ਼ਿਫਟ ਕਰਤਾ, ਠੀਕ ਹੈ, ਓਰੀਜਨ ਸ਼ਿਫਟ ਕਰਤਾ ਇਸ ਪੁਆਇੰਟ 'ਤੇ, ਯਾਨੀ ਇਹ ਸਾਨੂੰ ਐਲਫਾ ਬੀਟਾ ਅਤੇ ਗਾਮਾ ਦੱਸੇ ਨੇ। ਦ ਕੋਆਰਡੀਨੇਟਸ ਆਫ ਪੁਆਇੰਟ ਬਿਕਮਸ ਦਿਸ, ਕਿ ਪੁਆਇੰਟ ਪੀ ਦੇ ਕੋਆਰਡੀਨੇਟਸ ਇਹ ਬਣ ਜਾਂਦੇ ਨੇ। ਵਟ ਆਰ ਦ ਓਰੀਜਨਲ ਕੋਆਰਡੀਨੇਟਸ ਆਫ ਪੀ, ਯਾਨੀ ਇਹਨਾਂ ਨੇ ਇਹ ਦੱਸ ਦਿੱਤਾ ਕਿ ਇਹ ਐਕਸ ਡੈਸ਼ ਹੈ, वाई डैश है तो Z डैश है, सानू ओरिजिनल फाइंड करने ने हुण, ठीक है। कोई दिक्कत कोई उदा औखा नहीं है। पिछली बार सानू एक्स डैश वाई डैश Z डैश फाइंड करनी सी, हुण एक्स वाई Z फाइंड करना, एक्स डैश वाई डैश Z डैश ते अल्फा बीटा गामा दिते हुए ने, कर सकते हैं। एक बार देख लेंगे इसनू भी करके, सेम उसी तरह जिद्दां इत्थे वैल्यूज असीं उपर लिखे सी, अटैम्प्ट करना है तां दिखाना भी जरूरी होंदा उन्हां नूं। जिवें ओरिजिनल पॉइंट सानू नहीं पता, न्यू कोआर्डिनेट्स पता है कि ने एक्स डैश की वैल्यू कितनी है 3, वाई डैश की वैल्यू 1 तो Z डैश की वैल्यू -5, तो ओरिजन कितने शिफ्ट होया, अल्फा इज इक्वल्स टू 1 तो बीटा इज इक्वल्स टू -2 तो गामा इक्वल्स टू 0 ते, ठीक है। तो असीं लैट कर लांगे एक्स वाई Z जो सीगा साडे ओल्ड कोआर्डिनेट सीगे P दे, तो एक्स की वैल्यू कितनी होएगी सानू पता, इस एक्स इज इक्वल्स टू एक्स डैश प्लस अल्फा हुंदा, ठीक है। सानू असीं एक बार इत्थे लिख लैंदे एक्स डैश की वैल्यू कितनी है साडी, एक्स डैश की वैल्यू हैगी है 3, वाई डैश की वैल्यू हैगी है 1 तो Z डैश की -5, उसी तरह अल्फा की वैल्यू है 1, बीटा की वैल्यू है -2 एंड गामा की वैल्यू है 0। असी जस्ट यह पता चल गया, ये ही वैल्यूज़ पुट कर लेंगे।
सानू फॉर्मूला तो पता ही है, एक्स इज इक्वल टू एक्स डैश प्लस एल्फा। वैल्यूज पुट करांगे, एक्स की वैल्यू नहीं पता, एक्स डैश की 3 एल्फा की 1, तो एक्स की वैल्यू हो जाएगी 4। ठीक है, ਇੱਥੇ भी आ रहा है एक्स इज इक्वल टू एक्स डैश प्लस एल्फा 3 + 1 4, 4 ही आंसर है। ठीक है, इसी तरह सेम टू सेम वाई डैश ਦੀ ਕੱਢ ਸਕਦੇ ਹਾਂ, ਵਾਈ ਦੀ ਕੱਢ ਸਕਦੇ ਹਾਂ। ਵਾਈ ਡੈਸ਼ ਸਾਨੂੰ ਪਤਾ ਹੈ, ਵਾਈ ਡੈਸ਼ ਪਲਸ ਇੱਥੇ ਬੀਟਾ ਹੁੰਦਾ ਹੈ, ਇਹ ਡੈਸ਼ ਬੜਾ ਛੋਟਾ ਪਿਆ। ਵਾਈ ਡੈਸ਼ ਦੀ ਵੈਲਿਊ ਕਿੰਨੀ 1 ਪਲਸ ਬੀਟਾ ਦੀ ਵੈਲਿਊ ਕਿੰਨੀ ਹੈ -2, ਤਾਂ 1 - 2 ਕਿੰਨਾ ਹੋ ਜਾਏਗਾ -1। ਠੀਕ ਹੈ, ਤੇ ਇੱਥੇ ਵੀ ਬੀਟਾ ਦੀ ਵੈਲਿਊ ਵੀ ਆ ਰਹੀ ਹੈ, ਸੌਰੀ ਵਾਈ ਦੀ ਵੈਲਿਊ ਵੀ ਆ ਰਹੀ ਹੈ -1, ਤੇ z ਦੀ ਵੈਲਿਊ ਅਸੀਂ ਕੱਢ ਸਕਦੇ ਹਾਂ। ਇੱਥੇ ਮੈਂ ਛੋਟਾ ਜਿਹਾ ਲਿਖ ਸਕਦਾ। ਠੀਕ ਹੈ, z ਇਜ਼ ਟੂ z ਡੈਸ਼ ਪਲਸ ਗਾਮਾ। z ਡੈਸ਼ ਦੀ ਵੈਲਿਊ ਕਿੰਨੀ ਹੈ -5, गामा की वैल्यू 0, तो z की वैल्यू ऑब्वियसली -5 आ जाएगी। गामा की 0 है ना, तो -5 ही आ जाएगी z की वैल्यू, तो ही है z इज इक्वल टू -5। तो ओरिजिनल कोआर्डीनेट्स जो सी साढ़े की होंगे 4 -1 तो 5, तो असं उसमें इदा लिख लाँगे 4x वैल्यू, y की वैल्यू कितनी है -1, तो z की वैल्यू कितनी है -5। ठीक है, तो ओरिजिनल कोआर्डीनेट साढ़े ए आ जाते हैं, हैंस ओरिजिनल कोआर्डीनेट्स ऑफ पी आर 4 -1 5। ਉੱਪਰ ਵੀ ਅਸੀਂ ਇਸੇ ਤਰ੍ਹਾਂ ਲਿਖ ਦੇਣਾ ਕਿ 1 -1 4 ਸਾਡੇ ਨਿਊ ਕੋਆਰਡੀਨੇਟਸ ਹੈ। ਠੀਕ ਹੈ, ਇਸ ਤਰ੍ਹਾਂ ਸਾਡਾ ਫਰਸਟ ਐਗਜ਼ਾਮਪਲ ਜੋ ਹੈ ਉਹ ਹੋ ਜਾਂਦੀ ਹੈਗੀ ਹੈ। ਇਸ ਤੋਂ ਬਾਅਦ ਅਸੀਂ ਸੈਕੰਡ ਐਗਜ਼ਾਮਪਲ ਕਰਦੇ ਹਾਂ, ਤੇ ਇੱਕ ਥਰਡ 2 ਐਗਜ਼ਾਮਪਲਸ ਹੋਰ ਨੇ ਸਾਡੀ ਹੈ ਕੀ ਕਹਿੰਦੇ ਨੇ ਐਕਸਰਸਾਈਜ਼ ਦੀ ਐਗਜ਼ਾਮਪਲਸ ਖਤਮ ਹੋ ਜਾਣਗੇ, ਫਿਰ ਅਸੀਂ ਪ੍ਰੀਵੀਅਸ ਈਅਰ ਕੁਐਸਚਨਸ ਤੇ ਆਵਾਂਗੇ। ਠੀਕ ਹੈ, ਤਾਂ ਹੁਣ ਐਗਜ਼ਾਮਪਲ 2। ਹੁਣ ਸਾਡੀ ਸੈਕੰਡ ਐਗਜ਼ਾਮਪਲ ਜੋ ਹੈ, ਸੈਕੰਡ ਐਗਜ਼ਾਮਪਲ ਦੇ ਵਿੱਚ ਇਹਨਾਂ ਨੇ ਸਾਨੂੰ 2 ਚੀਜ਼ਾਂ ਦੱਸੀਆਂ ਹੋਈਆਂ। ਉਹਨਾਂ ਨੇ ਕਿਹਾ ਕਿ ਹੈ ਫਾਈਂਡ ਦ ਇਕੁਏਸ਼ਨ ਆਫ ਪਲੇਨ 2x + 3y + 4z is equal to 7, refer to the point this as origin, direction of x is remaining same। ਹੁਣ ਇਸ ਦਾ ਮੀਨਿੰਗ ਕੀ ਹੈ, ਉਹਨਾਂ ਨੇ ਸਿੰਪਲੀ ਇਹ ਦੱਸਣ ਨੂੰ ਕਿਹਾ ਕਿ ਇਹ ਪਲੇਨ ਦੀ ਇਕੁਏਸ਼ਨ ਸਾਨੂੰ ਇਹ ਗਿਵਨ ਹੈ, ਸਾਨੂੰ ਇਕੁਏਸ਼ਨ ਵੈਸੇ ਕੱਢਣੀ ਹੈ ਅਗਰ ਸਾਡਾ origin ਇਹ ਹੋ ਜਾਵੇ। ਠੀਕ ਹੈ, ਸਿੰਪਲ ਜੀ ਚੀਜ਼ ਇਹਨਾਂ ਨੇ ਇਹ ਚੀਜ਼ ਕਹੀ ਹੈ ਕਿ ਪਲੇਨ ਦੀ ਇਕੁਏਸ਼ਨ ਕੱਢੋ। ਸੌਰੀ, ਪਲੇਨ ਦੀ ਇਕੁਏਸ਼ਨ ਸਾਨੂੰ ਗਿਵਨ ਹੈ, ਕੀ ਕਹਿੰਦੇ ਨੇ ਜਦੋਂ origin ਚੇਂਜ ਹੋ ਰਿਹਾ ਤਦ ਜੋ ਇਕੁਏਸ਼ਨ ਬਣੇਗੀ ਉਹ ਸਾਨੂੰ ਦੱਸੋ। ਤਾਂ ਅਸੀਂ ਕਿਹਾ ਠੀਕ ਹੈ, ਇਸ ਦੇ ਵਿੱਚ ਕੁਛ ਚੇਂਜ ਨਹੀਂ ਹੈ, ਸੇਮ ਟੂ ਸੇਮ ਉਹੀ ਚੀਜ਼ ਜੋ ਅਸੀਂ ਉੱਪਰ ਕੀਤੀ ਹੈ ਨਾ ਉਹੀ ਚੀਜ਼ ਹੋਣੀ ਹੈ। ਕੀ ਫਰਕ ਆਏਗਾ, ਸਿਰਫ ਇੱਕ ਸਿੰਪਲ ਜਿਹਾ ਛੋਟਾ ਜਿਹਾ ਫਰਕ ਹੈ, ਉਹ ਅਸੀਂ ਦੇਖਦੇ ਹਾਂ। ਤਾਂ ਕਰਨਾ ਕੀ ਹੈ, ਅਸੀਂ ਸਾਨੂੰ ਜੋ ਗਿਵਨ ਹੈ ਪਹਿਲਾਂ ਅਸੀਂ ਉਹ ਲਿਖ ਲਈਏ। ਅਸੀਂ ਕਾਪੀ 'ਤੇ ਲਿਖ ਲੈਂਦੇ ਹਾਂ ਕਿ ਸਾਨੂੰ ਗਿਵਨ ਕੀ ਹੈ। ਪਹਿਲਾਂ ਤਾਂ ਇੱਕ ਇਕੁਏਸ਼ਨ ਗਿਵਨ ਹੈ 2x + 3y + 4z is equals to 7, ਐਂਡ ਕੀ ਕਹਿੰਦੇ ਨੇ ਸਾਨੂੰ origin ਗਿਵਨ ਹੈ, ਯਾਨੀ ਅਲਫਾ ਬੀਟਾ ਅਤੇ ਗਾਮਾ ਗਿਵਨ ਨੇ। ਕੀ ਹੈਗਾ ਵਾ 2 -3 ਤੇ 4। ਠੀਕ ਹੈ, ਇਹੀ ਦੇਖੋ ਇਹੀ ਗਿਵਨ ਹੈ ਓਰੀਜਨਲੀ, ਤੇ ਇਹ ਸਾਨੂੰ ਇਕੁਏਸ਼ਨ ਆਫ ਪਲੇਨ ਗਿਵਨ ਹੈ। ਹੁਣ ਅਸੀਂ ਬੁੱਕ 'ਤੇ ਆਉਂਦੇ ਹਾਂ, ਬੁੱਕ 'ਤੇ ਦੇਖਦੇ ਹਾਂ ਕੀ ਹੈਗਾ ਵਾ। ਬੁੱਕ ਦੇ ਵਿੱਚ ਉਹਨਾਂ ਨੇ ਸਾਨੂੰ ਸਾਫ਼-ਸਾਫ਼ ਲਿਖਿਆ ਕਿ ਅਸੀਂ ਸਮਝ ਰਹੇ ਹਾਂ ਜਦੋਂ ਓਰੀਜਨ ਨੂੰ ਸ਼ਿਫਟ ਕੀਤਾ ਇਸ ਪੁਆਇੰਟ 'ਤੇ 2 -3 4 'ਤੇ, ਓਰੀਜਨ ਸਾਨੂੰ ਪਤਾ ਕੀ ਹੁੰਦਾ 0 0 0 0 0 0 ਤੋਂ ਜਦੋਂ ਓਰੀਜਨ ਨੂੰ ਸ਼ਿਫਟ ਕਰਕੇ ਇੱਥੇ ਲੈ ਕੇ ਆਏ ਤਾਂ ਸਾਡੇ XYZ ਜੋ ਪੁਆਇੰਟ ਸੀਗੇ ਉਹ ਕਿਹਦੇ ਵਿੱਚ ਚੇਂਜ ਹੋ ਗਏ x ਡੈਸ਼ y ਡੈਸ਼ z ਡੈਸ਼ ਦੇ ਵਿੱਚ। ਇੱਕ ਲਾਈਨ ਲਿਖ ਲਈ। ਦੈਨ ਸਾਨੂੰ ਪਤਾ ਕਿ x ਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਹੈ x ਡੈਸ਼ ਪਲਸ ਐਲਫਾ। ਇਹ ਪੂਰਾ ਫਾਰਮੂਲਾ ਅਸੀਂ ਲਿਖੇ ਹੋਏ ਨੇ, ਸੇਮ ਉਹੀ ਫਾਰਮੂਲਾ x ਇਜ਼ ਇਕੁਅਲ ਟੂ x ਡੈਸ਼ ਪਲਸ ਐਲਫਾ, y ਇਜ਼ ਇਕੁਅਲ ਟੂ y ਡੈਸ਼ ਪਲਸ ਕੀ ਕਹਿੰਦੇ ਨੇ ਐਲਫਾ ਦੀ ਜਗ੍ਹਾ ਇਹਨਾਂ ਨੇ 2 ਪੁੱਟ ਕਰਤਾ। ਇੱਥੇ ਹੁਣ y ਡੈਸ਼ -3 ਆਏਗਾ। ਠੀਕ ਹੈ, ਤੇ z ਦੀ ਵੈਲਿਊ z ਡੈਸ਼ ਪਲਸ 4। ਇਹ ਤਿੰਨੋਂ ਵੈਲਿਊਜ਼ ਸਾਡੀਆਂ ਗਿਵਨ ਨੇ ਕਿ ਅਸੀਂ ਉੱਤੋਂ ਇਹ ਤਿੰਨੋਂ ਵੈਲਿਊਜ਼ ਜੋ x ਦੀ ਵੈਲਿਊ ਹੈ ਉਹ ਇਹਦੇ ਵਿੱਚ ਪੁੱਟ ਕਰ ਦਾਂਗੇ, y ਦੀ ਜੋ ਵੈਲਿਊ ਹੈ ਉਹ ਇਹਦੇ 'ਚ ਪੁੱਟ ਕਰਨੀ, ਤੇ z ਦੀ ਵੈਲਿਊ ਜੋ ਹੈ z ਦੀ ਵੈਲਿਊ ਪੁੱਟ ਕਰਨੀ। ਜਸਟ ਇੰਨਾ ਕੰਮ ਕਰਨਾ ਹੈ, ਅਤੇ ਜੋ ਵੀ ਸਾਡੀ ਵੈਲਿਊ ਆਏਗੀ ਉਹ ਸਾਡੀ ਟਰਾਂਸਫਾਰਮਡ ਇਕੁਏਸ਼ਨ ਹੋਏਗੀ। ਠੀਕ ਹੈ, ਬਸ ਇਹ ਚੀਜ਼ ਅਸੀਂ ਫਾਈਂਡ ਕਰਨੀ ਸੀ ਕਿ ਸਾਨੂੰ ਇਕੁਏਸ਼ਨ ਪਲੇਨ ਦੀ ਦੱਸੀ ਉਹਨਾਂ ਨੇ ਐਚ ਸੀਗੀ, ਜਦੋਂ ਓਰੀਜਨ ਚੇਂਜ ਹੋਇਆ ਤਾਂ ਨਿਊ ਇਕੁਏਸ਼ਨ ਕੀ ਬਣੇਗੀ ਸਾਨੂੰ ਉਹ ਫਾਈਂਡ ਕਰਨੀ ਹੈ। ਉਸ ਨੂੰ ਫਾਈਂਡ ਕਰਨ ਲਈ ਕੁਛ ਨਹੀਂ ਕਰਨਾ, ਜਸਟ XYZ ਸਾਨੂੰ ਗਿਵਨ ਸੀਗਾ, ਮਤਲਬ XYZ ਸਾਨੂੰ ਪਤਾ XYZ ਉਸ ਦੇ ਵਿੱਚ ਇਕੁਏਸ਼ਨ ਗਿਵਨ ਸੀ, ਅਸੀਂ ਬਸ ਟਰਾਂਸਫੋਰਮੇਸ਼ਨ ਲਗਾਈ ਆਪਣੀ ਐਂਡ ਵੈਲਿਊਜ਼ ਪੁੱਟ ਕਰ ਦੇਣੀ ਹੈ। ਸਿੰਪਲ ਉਹੀ ਹੁਣ ਇੱਕ ਵਾਰੀ ਕਰਕੇ ਵੀ ਦੇਖ ਲੈਂਦੇ ਹਾਂ। ਹੁਣ ਜਦੋਂ ਇਹ ਹੈਗੀ ਹੈ ਬੁੱਕ ਦੇ ਵਿੱਚ ਵੈਸੇ ਦਿਖਾ ਦਿੱਤਾ ਉਹਨਾਂ ਨੇ, ਫਿਰ ਵੀ x ਇਜ਼ ਇਕੁਅਲ ਟੂ x ਡੈਸ਼ ਪਲਸ ਐਲਫਾ, ਇਹੀ ਫਾਰਮੂਲਾ। x ਡੈਸ਼ ਦੀ ਵੈਲਿਊ ਸਾਨੂੰ ਪਤਾ ਨਹੀਂ, ਐਲਫਾ ਦੀ ਵੈਲਿਊ ਕੀ ਹੈ 2, ਤਾਂ x ਡੈਸ਼ ਪਲਸ 2। ਉਸੇ ਤਰ੍ਹਾਂ y ਦੀ ਵੈਲਿਊ ਕੀ ਹੋ ਜਾਏਗੀ, y ਦੀ ਵੈਲਿਊ ਹੋ ਜਾਏਗੀ y ਡੈਸ਼ ਪਲਸ ਬੀਟਾ ਜੋ ਕਿ ਹੈ y ਡੈਸ਼ -3, ਤੇ z ਦੀ ਵੈਲਿਊ ਕੀ ਹੋ ਜਾਏਗੀ z ਡੈਸ਼ ਪਲਸ ਗਾਮਾ जो कि है z डैश प्लस 4। ठीक है, इस पुट कर दो, पुट करांगे तक क्या बनेगा 2x डैश प्लस 2 यही बनेगा। अगर किसी x की जगह पुट करती है
इतने मैं वाई को पुट करता है, एक्स आना है, ठीक है, इतने गलती करती मैं। देन 3 वाई से बाहरी जगह पुट कर दो, वाई डैश माइनस 3 ते z है कब 4 z डैश प्लस 4 इज इक्वल टू 7। हम मल्टीप्लाई कर दो, मल्टीप्लाई करांगे तो 2x डैश प्लस 4 2 टू 4 प्लस 3y डैश माइनस 3 3 ज़ा 9 प्लस 4z डैश प्लस 4 4 ज़ा 16 इज इक्वल टू 7। ਹੁਣ ਜੋ ਕਾਂਸਟੈਂਟ ਟਰਮਸ ਹੈ ਉਹਨਾਂ ਨੂੰ ਅਸੀਂ ਕੈਲਕੂਲੇਟ ਕਰ ਲੈਂਦੇ, 2x ਡੈਸ਼ ਬਾਹਰ, 3y ਡੈਸ਼ ਬਾਹਰ ਤੇ 4z ਡੈਸ਼ ਇੱਦਾਂ ਬਾਹਰ ਕਰ ਲਈ। 4 ਮਾਈਨਸ 9, 4 ਮਾਈਨਸ 9 ਕਿੰਨਾ ਹੋਏਗਾ ਅਗਰ ਅਸੀਂ ਦੇਖੀਏ ਮਾਈਨਸ 5 ਹੈ ਨਾ, ਇਕੁਅਲਸ ਟੂ, ਮੈਂ ਲਿਖਤਾ ਗਲਤੀ ਨਾ, ਮਾਈਨਸ 5 ਤੇ ਆ ਪਲਸ 16 ਇਕੁਅਲਸ ਟੂ ਕਿਸਕਾ 7 ਦੇ। 7 ਨੂੰ ਵੀ ਇੱਧਰ ਲਿਆਓ ਤਾਂ ਕੀ ਬਣ ਜਾਏਗਾ 2x ਡੈਸ਼ प्लस 3y डैश प्लस 4z डैश। अगर -7 आ जाएगा, 7 इधर इतने आएगा तो -7 बन जाएगा, तो -12 बन जाएगी टर्म, -12 प्लस 16 तो इधर के बचेगा 0। 16 - 12 कितना होता है 4, तो इतने 4 आ जाएगा। 2x डैश प्लस 3y डैश प्लस 4z डैश प्लस 4 इक्वल्स टू 0। तो यही साड़ी इक्वेशन बन रही थी 2x डैश प्लस 3y डैश प्लस 4z डैश प्लस 4 इक्वल्स टू 0। ਹੁਣ ਜਦੋਂ ਵੀ ਸਾਡੀ ਇਕੁਏਸ਼ਨ ਨਿਕਲ ਹੈ ਅਸੀਂ ਡੈਸ਼ਿਸ ਰਿਮੂਵ ਕਰ ਦੇਣੀ ਹੈ, ਠੀਕ ਹੈ, ਇਗਨੋਰ ਕਰ ਦੇਣਾ ਡੈਸ਼ਿਸ ਨੂੰ, ਤਾਂ ਉੱਥੇ ਲਿਖ ਦਾਂਗੇ ਰਿਮੂਵਿੰਗ ਡੈਸ਼ਿਸ ਜਾਂ ਡ੍ਰੌਪਿੰਗ ਡੈਸ਼ਿਸ, ਕੁਝ ਵੀ ਲਿਖ ਸਕਦੇ ਹਾਂ, ਰਿਮੂਵਿੰਗ ਡੈਸ਼ਿਸ। ਦੈਨ ਸਾਡੀ ਵੈਲਿਊ ਕੀ ਬਣ ਜਾਏਗੀ 2x प्लस 3y प्लस 4z प्लस 4 इक्वल्स टू 0। ਇਹ ਸਾਡੀ ਵੈਲਿਊ ਬਣ ਜਾਏਗੀ ਸਿੰਪਲੀ, ਠੀਕ ਹੈ, तो साडा आंसर निकल आएगा। ਹੁਣ ऐसे इसी तरह से सैकेंड तो बाद थर्ड एग्जाम्पल करिए, सेम यही है उस लेकिन इन्होंने बैटरली समझाया कि फाइंड द ट्रांसफॉर्म्ड इक्वेशन। पिछले क्वेश्चन च ना क्वेश्चन उन्होंने पूरी तरह समझाया नहीं सीगा, इस करके समझ नहीं आ रहा सीगा, बट इस उन्होंने पूरी तरह दसिया कि फाइंड की करना है। फाइंड उन्होंने क्या ट्रांसफॉर्म इक्वेशन फाइंड करनी है एक ਇਹੋ ਜਿਹੇ ਸਰਫੇਸ ਦੀ ਜਿਹਦੀ ਇਕੁਏਸ਼ਨ ਕੀ ਹੈ 2x²। ਇਹ ਪੂਰੀ ਇਕੁਏਸ਼ਨ ਦੱਸ ਦਿੱਤੀ ਉਹਨਾਂ ਨੇ ਕਿ ਇਹ ਸਾਡੇ ਤੋਂ ਇਕੁਏਸ਼ਨ ਹੈਗੀ ਹੈ, ਇਸ ਦੀ ट्रांसफॉर्म इक्वेशन दसो ਜਦੋਂ ओरिजिन शिफ्ट हो जाए इस पॉइंट पे। सेम ही क्वेश्चन है, ओरिजिन की वैल्यू दसी हुई है सानू, लिख लो पहला ओरिजिन की वैल्यू की है अल्फा बीटा गामा की वैल्यू कितनी हैगी है 2 1 3 2 1 ते 3। तो इक्वेशन की इक्वेशन लिख लो, इक्वेशन हैगी है साडी 2x² प्लस 3y² प्लस z² माइनस 8x माइनस 6y माइनस 6z प्लस 3 इक्वल्स टू 0। ਇਹ ਸਾਰੀ ਦੀ ਸਾਰੀ ਅਸੀਂ ਇਕੁਏਸ਼ਨ ਲਿਖ ਲਿਆ ਇੱਧਰੋਂ, ਠੀਕ ਹੈ। ਸਾਨੂੰ ਅਲਫਾ ਬੀਟਾ ਪਤਾ, ਇਕੁਏਸ਼ਨ ਪਤਾ, ਉੱਪਰ ਵੀ ਸਾਨੂੰ ਅਲਫਾ ਬੀਟਾ ਪਤਾ ਸੀ, ਇਕੁਏਸ਼ਨਸ ਪਤਾ ਸੀਗੀ। ਅਸੀਂ ਜਸਟ ਆਪਣਾ ਕੰਮ ਕਰਨਾ ਹੈ। ਪਹਿਲਾਂ ਤਾਂ ਲਗਾਵਾਂਗੇ ਹੈ ट्रांसफॉर्मेशन, ਤਾਂ बुक ਦੀ ਵੈਸੇ ਲੋੜ ਨਹੀਂ ਹੈ, ਅਸੀਂ ट्रांसफॉर्मेशन ਸਿੱਧਾ ਲਗਾਉਂਦੇ ਹਾਂ, ਠੀਕ ਹੈ। ट्रांसफॉर्मेशन ਕੀ ਹੋਏਗੀ, ਸਾਨੂੰ ਪਤਾ x ਇਜ਼ ਇਕੁਅਲ ਟੂ x ਡੈਸ਼ ਪਲਸ ਅਲਫਾ ਹੁੰਦਾ, ਤਾਂ x ਡੈਸ਼ ਦੀ ਵੈਲਿਊ ਕਿੰਨੀ, x ਡੈਸ਼ ਹੀ ਹੈ, ਅਲਫਾ ਦੀ ਵੈਲਿਊ 2 प्लस 2, ठीक है। एक्स डैश प्लस अल्फा की जगह 2 आ गया, तो एक्स की वैल्यू हो गई, वाई की जगह वाई डैश प्लस बीटा तो प्लस 1, तो जेड डैश जेड की जगह जेड डैश प्लस गामा होंगे तो जेड डैश प्लस 3 आ गया। यह तीनों वैल्यूज असी इस इक्वेशन पुट करनी जस्ट, तो पुट कर दिए 2 एक्स डैश प्लस 2 का स्क्वायर प्लस 3 y डैश प्लस 1 का स्क्वायर, फिर प्लस z डैश प्लस 3 का स्क्वायर माइनस 8 x डैश प्लस 2 माइनस 6 y डैश प्लस 1 माइनस 6 z डैश प्लस 3 प्लस 3 इक्वल्स टू 0, ठीक है। हम जस्ट असी स्क्वेयर्स खोल लो, सब कुछ कर लो। 2 एक्स डैश प्लस 2 का स्क्वायर खोलो, एक्स डैश का स्क्वायर प्लस 2 का स्क्वायर की होता है 4 प्लस 2ab, तो यानी कि 2 एक्स डैश इंटू 2 यही वैल्यू होती है, तो असी इसनों इस तरह लिख लेना, बाद मल्टीप्लाई भी कर लेंगे। फिर उसी तरह 3 ਨੂੰ खोलो और 3 ਦੇ ਨਾਲ जो टर्म है उसको खोल लेंगे, तो वाई डैश का स्क्वायर प्लस 1 प्लस 2y डैश यही बनेगा इफ़ आई एम नॉट रॉन्ग। फिर असी z ते जाते हैं, z डैश प्लस 9 प्लस 3 2 6 6 z डैश बनेगा वह, ठीक है ना। इतने z डैश का स्क्वायर सीगा सच,
ਇਹ ਵੈਲਿਊ ਸਾਡੀ ਇਸ ਦੇ ਸਕੁਏਅਰ ਨੂੰ ਖੋਲਣ ਤੇ ਆ ਗਈ ਕਿ z ਡੈਸ਼ ਦਾ ਸਕੁਏਅਰ ਪਲੱਸ 3 ਦਾ ਸਕੁਏਅਰ 9 ਪਲੱਸ 2ab ਸੀਗਾ ਤਾਂ 2 ਇੰਟੂ b 6 ਮਤਲਬ 2 ਇੰਟੂ 3 6 ਤੇ z ਡੈਸ਼ ਇਹ ਵੈਲਿਊ ਬਣ ਗਈ ਸਾਡੀ। ਠੀਕ ਹੈ, ਬਾਕੀ ਇਹਨਾਂ ਨੂੰ ਲਿਖ ਲਓ ਉਸ ਤਰ੍ਹਾਂ 8x ਡੈਸ਼ ਐਕਚੁਅਲੀ ਔਖਾ ਹੋ ਰਿਹਾ ਸੀ ਤਾਂ ਮੈਂ ਦੁਬਾਰਾ ਲਿਖ ਲਿਆ, ਪਹਿਲਾਂ ਲਿਖ ਲਿਆ ਸਾਰਾ। ਤਾਂ ਇੱਥੇ 8x ਡੈਸ਼ ਪਲੱਸ 8 2 16 ਤੇ ਮਾਈਨਸ 6y ਡੈਸ਼ ਮਾਈਨਸ 6, ਠੀਕ ਹੈ, ਤੇ ਮਾਈਨਸ 6z ਡੈਸ਼ ਮਾਈਨਸ 6 ਟੂ 18 ਮਾਈਨਸ 18 ਪਲੱਸ 3 ਇਕੁਅਲਸ ਟੂ 0। ਇਹ ਸਾਰੀ ਦੀ ਸਾਰੀ ਵੈਲਿਊ ਬਣ ਗਈ ਸਾਡੀ। ਹੁਣ ਅਸੀਂ ਮਲਟੀਪਲਾਈ ਕਰ ਦੇਣਾ। ਬੁੱਕ ਦੇ ਵਿੱਚ ਨਾ ਬਹੁਤ ਹੀ ਉਹਨਾਂ ਨੇ ਸ਼ਾਰਟਕਟਸ ਮਾਰੇ ਹੁੰਦੇ ਨੇ, ਤੁਹਾਨੂੰ ਨਹੀਂ ਸਮਝ ਲੱਗੇ ਦੇ ਵਿੱਚ, ਤਾਂ ਇੱਕ ਵਾਰੀ ਪੂਰਾ ਪ੍ਰੋਸੈਸ ਦੇ ਨਾਲ ਦੇਖਣਾ ਜ਼ਰੂਰੀ ਹੋ ਜਾਂਦਾ। ਤਾਂ 2x ਡੈਸ਼ ਸਕੁਏਅਰ 2x ਡੈਸ਼ ਦਾ ਸਕੁਏਅਰ ਕਰ ਲਓ, ਠੀਕ ਹੈ, ਫਿਰ 4 2 8 ਤਾਂ ਪਲੱਸ 8 ਪਲੱਸ 4 ਇੱਥੇ 2 2 4 4 2 8 ਤਾਂ 8x ਡੈਸ਼ 8x ਡੈਸ਼, ਠੀਕ ਹੈ, ਪਲੱਸ फिर इतने जो टर्म बनेगी 3y डैश द स्क्वायर प्लस 3y डैश द स्क्वायर प्लस 3 प्लस एट 2y डैश सीगा 2y डैश में अगर 3 ना करेंगे तो 6y डैश प्लस फिर अगे की है z स्क्वायर वो सारी टर्म्स है और सारी दी सारी टर्म्स असी लिख लेंगे कॉपी कर लेंगे। तो पहली टर्म सी साडी z डैश द स्क्वायर फिर 9 प्लस 6z डैश 6z डैश प्लस 8x डैश प्लस 8x डैश प्लस 16 फिर माइनस 6y डैश तो माइनस 6 प्लस लिख लिया मैं माइनस 6y डैश माइनस 6z डैश माइनस 18 प्लस 3 इक्वल्स टू 0। ਇਹ ਸਾਰੀ ਸਾਡੀ ਵੈਲਿਊਜ਼ ਅਸੀਂ ਇੱਥੋਂ ਸਾਰੀਆਂ ਲਿਖ ਲੀਆਂ। ਠੀਕ ਹੈ, ਇਹ ਸਾਰੀ ਵੈਲਿਊਜ਼ ਹੁਣ ਲਿਖਣ ਤੋਂ ਬਾਅਦ ਅਸੀਂ ਕੀ ਕਰਨਾ ਹੈ, ਮੇਰਾ ਜੋ ਸਿੰਪਲ ਜਿਹਾ ਪਿਆ ਮੈਂ ਕੀ ਕਰਦਾ x ਵਾਲੇ ਸਾਰੀ ਕਾਮਨ ਕੱਢ ਲਓ। ਪਹਿਲਾਂ ਜੋ x ਡੈਸ਼ ਸਕੁਏਅਰ ਵਾਲੀ ਨਾ ਉਹਨੂੰ ਇੱਕ ਪਾਸੇ ਰੱਖ ਲਓ। x ਡੈਸ਼ ਸਕੁਏਅਰ ਵਾਲੀ ਕਿੰਨੀ ਟਰਮ ਹੈ, ਸਿਰਫ ਇੱਕੋ ਹੀ ਹੈ ਤਾਂ 2x ਡੈਸ਼ ਸਕੁਏਅਰ। ਫਿਰ y ਡੈਸ਼ ਸਕੁਏਅਰ ਵਾਲੀ ਟਰਮ ਕੱਲੀ ਇਹੀ ਹੈ, ਲਿਖ ਲਿਆ 3y ਡੈਸ਼ ਸਕੁਏਅਰ ਪਲਸ z ਡੈਸ਼ ਸਕੁਏਅਰ ਵਾਲੀ ਕੱਲੀ ਇਹੀ ਟਰਮ ਹੈ z ਡੈਸ਼ ਸਕੁਏਅਰ। ਹੁਣ ਕੀ ਕਰੋ, जस्ट x डैश कॉमन कटो, जी भी x डैश वाली टर्म है सारी लिख लो की है 8 पुट करता होर x डैश वाली टर्म कि है एक है इतने भी 8 है। एक्चुअली एक गलती मैंने अपनी फाइंड हुई है, मैं तुहानूं दस दिंदा वा इत्थे माइनस 8x डैश है तो इत्थे माइनस 16 है। ठीक है, हुण यह गलती एक्चुअली इत्थे मिस हो गई मेरे तो कि z डैश प्लस 3 का स्क्वेयर सी जो उस तो बाद माइनस सीगा माइनस 8 है ਤਾਂ ਉਸ ਕਰਕੇ ਮਾਈਨਸ 8 ਕਰਕੇ ਇੱਥੇ ਮਾਈਨਸ 8x ਡੈਸ਼ ਬਣਦਾ ਅਤੇ ਇਹ ਵੀ ਮਾਈਨਸ 16 ਬਣਦਾ। ਠੀਕ ਹੈ, ਇਹ ਦੋ ਵੈਲਿਊ ਸਾਡੀਆਂ ਮਾਈਨਸ ਦੀ ਹੁੰਦੀਆਂ ਅਤੇ ਇਸ ਦਾ ਪਤਾ ਕਿੱਦਾਂ ਚੱਲਿਆ ਮੈਨੂੰ ਇੱਥੇ ਹੀ ਇਸ ਪੁਆਇੰਟ 'ਤੇ ਪਤਾ ਕਿੱਦਾਂ ਚੱਲ ਜਾਂਦਾ ਕਿ ਸਾਡਾ ਜਦੋਂ ਵੀ ਇਹੋ ਜਿਹੀ ਕੋਈ ਟਰਮ ਹੋਏਗੀ ਨਾ ਤਾਂ x ਡੈਸ਼ y ਡੈਸ਼ ਅਤੇ z ਡੈਸ਼ ਵਾਲੀ ਟਰਮਸ ਐਗਜ਼ਿਸਟ ਹੀ ਨਹੀਂ ਕਰਦੀਆਂ ਹੁੰਦੀਆਂ, ਯਾਨੀ ਕਿ ਇਹਨਾਂ ਦੋਨਾਂ ਨੂੰ ਪਲੱਸ ਕਰਕੇ 0 ਆਨਸਰ ਆਉਣਾ ਚਾਹੀਦਾ ਸੀਗਾ, ਬਟ ਇੱਥੇ ਨਹੀਂ ਆ ਰਿਹਾ ਸੀਗਾ ਤਾਂ ਮੈਂ ਸਮਝ ਗਿਆ ਕਿ ਇੱਥੇ ਕੁਛ ਨਾ ਕੁਛ ਮੇਰੇ ਤੋਂ ਗੜਬੜ ਹੋਈ ਹੈ। ਠੀਕ ਹੈ, ਹੁਣ ਇਹੀ ਚੀਜ਼ ਅਗਲਾ ਕੁਐਸਚਨ ਆਏਗਾ ਨਾ ਉਸ 'ਚ ਤੁਹਾਨੂੰ ਜ਼ਿਆਦਾ ਬੈਟਰਲੀ ਸਮਝ ਲੱਗੇਗੀ ਕਿ ਕਿੱਦਾਂ 0 ਹੁੰਦੀਆਂ। ਹਜੇ ਲਈ ਅਸੀਂ ਇਹ ਸਮਝ ਲੈਂਦੇ ਹਾਂ ਕਿ ਵੈਲਿਊਜ਼ ਪੁੱਟ ਕਰਨੀ। ਠੀਕ ਹੈ, ਤਾਂ y ਡੈਸ਼ ਦੀ ਵੈਲਿਊ ਕਿੰਨੀ ਹੈ, y ਡੈਸ਼ ਕੱਲਾ ਚੈੱਕ ਕਰੋ ਇਹ 6 ਹੈ ਅਤੇ ਦੂਸਰਾ y ਡੈਸ਼ ਕਿੱਥੇ ਇਹ ਰਿਹਾ ਇਹ ਮਾਈਨਸ 6 ਹੈ, ਇਹਦਾ ਵੀ 0 ਆਨਸਰ ਹੀ ਆਉਣਾ। ਅਤੇ ਇੱਕ ਫਿਰ z ਡੈਸ਼ ਕਾਮਨ ਕੱਢ ਲਓ, z ਡੈਸ਼ ਦੀ ਵੈਲਿਊ ਦੇਖੋ ਕਿੱਥੇ ਹੈ ਇਹ 6 ਅਤੇ ਇੱਕ ਹੋਰ ਦੇਖੋ ਇੱਥੇ ਮਾਈਨਸ 6 ਦੇਖ ਲਓ, ਮਤਲਬ ਕਿ ਇਹ ਸਾਰੇ x ਡੈਸ਼ ਵੀ ਇਹ 0 ਬਣ ਜਾਏਗਾ, ਇਹ ਵੀ 0 ਬਣ ਜਾਏਗਾ, ਇਹ ਵੀ 0 ਬਣ ਜਾਏਗਾ। ਹੁਣ ਜੋ ਕੌਂਸਟੈਂਟ ਆ ਉਹਨਾਂ ਨੂੰ ਪਲੱਸ ਕਰ ਲਓ ਸਾਰੇ, ਜਿਵੇਂ 8 ਹੈ 8 ਬਚ ਗਿਆ 3 8 ਪਲੱਸ 3 11 11 ਪਲੱਸ 9 20 20 ਪਲੱਸ 3 23। ਠੀਕ ਹੈ 23। ਹੁਣ ਇਹ ਸਾਰੇ ਕਿਹੜੇ ਸੀ ਪਲੱਸ ਵਾਲੇ, ਹੁਣ ਮਾਈਨਸ ਵਾਲੇ ਇਹ ਮਾਈਨਸ 16 ਮਾਈਨਸ 6 ਅਤੇ ਮਾਈਨਸ 18। ਇਹਨੂੰ ਦੇਖ ਲਓ 18 6 ਕਰਾਂਗੇ ਮਾਈਨਸ 24 ਮਾਈਨਸ 24 ਅਤੇ ਮਾਈਨਸ 16 ਮਾਈਨਸ 30 ਹੈ ਨਾ ਇਕੁਅਲਸ ਟੂ 0। ਹੁਣ ਅਸੀਂ ਸਿੰਪਲੀ ਲਿਖ ਲੈਂਦੇ ਹਾਂ 2x ਡੈਸ਼ ਸਕੁਏਅਰ ਪਲੱਸ 3y ਡੈਸ਼ ਸਕੁਏਅਰ ਪਲੱਸ z ਡੈਸ਼ ਸਕੁਏਅਰ, ਇਹ ਤਾਂ 0 0 0 ਬਣ ਜਾਣਗੇ। 23 ਮਾਈਨਸ 30 ਕੀ ਹੁੰਦਾ 7, ਤਾਂ ਮਾਈਨਸ 7 ਇਕੁਅਲਸ ਟੂ 0। ਇਹੀ ਆਨਸਰ ਆ ਰਿਹਾ, ਇੱਕ ਵਾਰੀ ਚੈੱਕ ਕਰ ਲਓ। ਐਕਚੁਅਲੀ ਇੱਥੇ 16 6 ਐਂਡ 18 18 ਅਤੇ 6 ਮਾਈਨਸ 24 ਹੋ ਜਾਣਗੇ, ਮਾਈਨਸ 24
तो -16 जो है -40 करेंगे, ठीक है। -40 हो जाएगा, -40 + 23 -17, तो यह साडा आंसर आ जाता है, ठीक है। यह आंसर यह इक्वेशन होंदी हैगी है, तो यही इक्वेशन साडी इत्थे बन रही है बुक दे विच। मतलब कि सानू मेनली गल जिस गल का ध्यान रखना है वो की है, एक तो कैलकुलेशन जिदा मेरे तो भी गलती हो रही है, ऑबवियसली तुहाडे तो भी हो सकती है, तो कैलकुलेशनस तुसीं उहदा ख्याल रख सकते हो, तो जिदा साइंस का बहुत होंदा है उन्हां दा ख्याल रखना। बाकी है सम्स काफ़ी ईजी ने। हुण इत्थे की करना सी, ड्रॉपिंग द डैशिस, जिदा मैं क्या सी रिमूव कर देनी डैशिस, ताकि बचेगा 2x + 3y 2x² 3y² + z² -17 = 0। यह साडी ट्रांसफॉर्म इक्वेशन बन जाती है, यह साडा आंसर है, ठीक है। ਇੱਥੇ ਸਾਡਾ ਆਨਸਰ ਹੋ ਜਾਂਦਾ। ਹੁਣ ਅਸੀਂ ਨੈਕਸਟ ਐਗਜ਼ਾਮਪਲ ਕਰਦੇ ਹਾਂ। ਹੁਣ ਇੱਥੇ ਨਾ ਇੱਕ ਨੋਟ ਦਿੱਤਾ ਹੋਇਆ, ਨੋਟ ਦਾ ਉਹਨਾਂ ਨੇ ਲਿਖਿਆ ਹੋਇਆ ਇਫ ax² ਤਾਂ ਪੂਰੀ ਇੱਕ ਟਰਮ ਬਣਾ ਦਿੱਤੀ ਹੈ, ਇਕੁਏਸ਼ਨ ਹੈ, ਜਿਵੇਂ ਸਾਡੀ ਇਕੁਏਸ਼ਨ ਸੀਗੀ, ਪੂਰੀ ਇਕੁਏਸ਼ਨ ਸੀ ax² + by²। ਉਸ ਇਸ ਟਰਮ ਦੀ ਅਗਰ ਅਸੀਂ ਦੇਖੀਏ, ਇਸ ਟਰਮ ਨੂੰ ਅਸੀਂ ਜਨਰਲੀ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਕੌਂਸਟੈਂਟਸ ਨੂੰ ਅਸੀਂ a ਲਿਖ ਲਈਏ, ax², by² cz², 2fyz 2gzx 2hxy 2ux 2vy 2wz + d। ਇਸ ਫਾਰਮ ਦੇ ਵਿੱਚ ਕੀ ਕਹਿੰਦੇ ਨੇ, ਕੁਝ ਇਹ ਫਾਰਮ ਐਗਜ਼ਿਸਟ ਕਰਦੀ ਹੈ, ਠੀਕ ਹੈ। ਅਤੇ ਇਹ ਜਦੋਂ ਐਗਜ਼ਿਸਟ ਕਰਦੀ ਹੈ ਤਦ ਉਹਨਾਂ ਨੇ ਕਿਹਾ ਜਦੋਂ ਇਸ ਨੂੰ ਅਸੀਂ ਟਰਾਂਸਫਾਰਮ ਕਰਾਂਗੇ ਓਰੀਜਨ ਦੇ ਸ਼ਿਫਟਿੰਗ ਨਾਲ, ਤਾਂ ਜਿਹੜੇ ਕੋਫੀਸ਼ੀਐਂਟ ਹੋਣਗੇ ਸੈਕਿੰਡ ਡਿਗਰੀ ਟਰਮ ਦੇ ਉਹ ਚੇਂਜ ਨਹੀਂ ਹੋਣਗੇ। यानी कि जिमें x² है सैकेंड डिग्री टर्म है, ਇਹਦਾ ਕੋਫੀਸ਼ੀਐਂਟ a ਹੈ, a ਹੀ ਰਹੇਗਾ। ਅਗਰ ਅਸੀਂ ਕੁਐਸਚਨ ਦੀ ਸਟਾਰਟਿੰਗ 'ਚ ਦੇਖੀਏ x² ਦਾ ਕੋਫੀਸ਼ੀਐਂਟ ਕਿੰਨਾ ਸੀਗਾ 2, ਤਾਂ ਇੱਥੇ ਵੀ x² ਦਾ ਕੋਫੀਸ਼ੀਐਂਟ 2 ਹੀ ਰਹਿੰਦਾ ਹੈ, y² ਦਾ 3, ਤਾਂ ਲਾਸਟ ਵਿੱਚ ਆਂਸਰ ਜੋ ਹੈ ਉਹਦਾ ਵੀ 3 ਹੀ ਹੈ। z² ਦਾ 1, ਤਾਂ z² ਦਾ 1 ਹੀ ਹੈ, ਕੋਈ ਚੇਂਜ ਨਹੀਂ ਆਇਆ। ਯਾਨੀ ਕਿ ਸਾਡੇ ਫਸਟ 3 ਟਰਮਸ ਜੋ ਨੇ ਉਹ ਉਹਨਾਂ ਦਾ ਕੀ ਕਹਿੰਦੇ ਨੇ ਸੈਕਿੰਡ ਡਿਗਰੀ ਦੇ ਟਰਮਸ ਦਾ ਕੋਫੀਸ਼ੀਐਂਟ ਸੇਮ ਰਹਿਣਗੇ। ਨਾਲ ਨਾਲ ਇੱਥੇ ਇਹਨਾਂ ਨੇ ਸੈਕਿੰਡ ਡਿਗਰੀ ਕਿਹਾ ਹੋਇਆ ਫॉर्म जो है ना इन्होंने ਇਹ वाली बनाई है yz zx hx, ਇਹ ਵੀ ਨਾਲ ਨੇ, ਤਾਂ ਉਹ ਲੇਕਿਨ ਉੱਥੇ 2f ਵੀ ਹੈ ਅਤੇ ਉਸਦਾ ਕਾਫੀ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਹੈਗੀਆਂ ਅਤੇ ਇਹਨਾਂ ਦੇ ਵੀ ਕੋਫੀਸ਼ੀਐਂਟ ਚੇਂਜ ਨਹੀਂ ਹੁੰਦੇ। ਉਹ ਗੱਲ ਕਰਨ ਨੂੰ ਦੱਸੀ ਹੋਈ ਹੈ ਜ਼ਰੂਰ, ਲੇਕਿਨ ਕੀ ਕਹਿੰਦੇ ਨੇ ਅਸੀਂ ਜ਼ਿਆਦਾ ਨਾ ਦੇਖਦੇ ਹੋਏ ਮੇਨਲੀ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਸੈਕਿੰਡ ਡਿਗਰੀ ਵਾਲੇ ਜੋ ਟਰਮਸ ਨੇ ਉਹ ਅਨਚੇਂਜਡ ਹੈ, ਠੀਕ ਹੈ, ਜੋ ਅਸੀਂ ਇੱਥੇ ਦੇਖ ਸਕਦੇ ਹਾਂ। ਸਟਾਰਟਿੰਗ ਵਾਲੀ ਜੋ ਟਰਮ ਸੀਗੀਆਂ ਇਕੁਏਸ਼ਨ 'ਚ 2x² 3y² z² ਉਹ ਸੇਮ ਟੂ ਸੇਮ ਆਂਸਰ ਦੇ ਵਿੱਚ ਆਏ। ਨੋਟ ਦਾ ਇਹ ਮਤਲਬ ਸੀ, ਠੀਕ ਹੈ। ਹੁਣ ਆਪਣੀ ਐਗਜ਼ਾਮਪਲ ਨੰਬਰ 4 ਅਸੀਂ ਕਰਾਂਗੇ, ਉਸ ਦੇ ਵਿੱਚ ਵੀ ਕੁਛ ਇਹੀ ਜਿਹੀ ਚੀਜ਼ ਹੈਗੀ ਆ ਅਤੇ ਤੁਹਾਨੂੰ ਉਹਦਾ ਨੋਟ ਦਾ ਇੱਥੇ ਜਿੱਦਾਂ ਮਤਲਬ ਹੈਗਾ ਉਹਦੇ ਵਿੱਚ ਵੀ ਸੇਮ ਟੂ ਸੇਮ ਰਿਜ਼ਲਟ ਸ਼ੋ ਹੋਏਗਾ, ਠੀਕ ਹੈ। ਤਾਂ ਅਸੀਂ ਦੇਖਦੇ ਹਾਂ ਉਹਦੇ 'ਚ ਕੀ ਕਿਹਾ, ਫਾਈਂਡ ਦ ਕੋਆਰਡੀਨੇਟਸ ਆਫ ਦ ਪੁਆਇੰਟ ਔਨ ਟਰਾਂਸਫਾਰਮਿੰਗ ਦ ਓਰੀਜਨ ਟੂ ਵਿਚ ਇਕੁਏਸ਼ਨ ਦਿਸ does not contain linear term in x, y and z, also find the new equation। ਹੁਣ ਕੁਐਸਚਨ ਨੇ ਨਾ ਆਪਣਾ ਥੋੜ੍ਹਾ ਜਿਹਾ ਚੇਂਜ ਕਰ ਲਿਆ ਬੋਲਣ ਦਾ ਤਰੀਕਾ, ਇਸ ਦੇ ਵਿੱਚ ਕੰਮ ਉਹੀ ਕਰਨਾ ਜੋ ਅਸੀਂ ਥਰਡ ਐਗਜ਼ਾਮਪਲ 'ਚ ਕੀਤਾ, ਲੇਕਿਨ ਇਸ 'ਚ ਓਰੀਜਨ ਨਹੀਂ ਦੱਸਿਆ। ਪਹਿਲੀ ਗੱਲ ਇਹਦੇ ਵਿੱਚ ਓਰੀਜਨ ਦੱਸਿਆ ਸੀ, ਓਰੀਜਨ ਨਹੀਂ ਦੱਸਿਆ ਇਹਨਾਂ ਨੇ। ਦੂਸਰਾ ਇਹਨਾਂ ਨੇ ਗੱਲ ਕੀ ਕਹੀ ਹੈ, ਇਹਨਾਂ ਨੇ ਕਿਹਾ ਕਿ ਕੋਆਰਡੀਨੇਟਸ ਆਫ ਪੁਆਇੰਟ ਔਨ ਟਰਾਂਸਫਾਰਮਿੰਗ ਦ ਓਰੀਜਨ ਟੂ ਵਿਚ ਦ ਇਕੁਏਸ਼ਨ ਦਿਸ ਡਜ਼ ਨਾਟ ਕੰਟੇਨ ਐਕਸ ਵਾਈ ਜ਼ੈਡ ਐਂਡ ਫਾਈਂਡ ਦ ਨਿਊ ਇਕੁਏਸ਼ਨ। ਕਿ ਸਾਡਾ ਇਹੋ ਜਿਹੀ ਇਕੁਏਸ਼ਨ ਅਸੀਂ ਫਾਈਂਡ ਕਰਨੀ ਹੈ, ਤਾਂ ਉਹਨਾਂ ਨੇ ਕਿਹਾ ਕਿ ਇਕੁਏਸ਼ਨ ਜੋ ਹੈ ਸਾਡੀ ਆਪਾਂ ਨੂੰ ਫਾਈਂਡ ਕੀ ਕਰਨਾ, ਕੋਆਰਡੀਨੇਟਸ ਫਾਈਂਡ ਕਰਨਾ, ਫਾਈਂਡ ਦ ਕੋਆਰਡੀਨੇਟਸ ਆਫ ਦ ਪੁਆਇੰਟ ਜਦੋਂ ਅਸੀਂ ਉਸਨੂੰ ਟਰਾਂਸਫਾਰਮ ਕਰਾਂਗੇ, ਠੀਕ ਹੈ। ਅਤੇ ਇਕੁਏਸ਼ਨ ਸਾਡੀ ਐ ਸੀਗੀ ਅਤੇ ਇਹ ਇਕੁਏਸ਼ਨ ਟਰਾਂਸਫਾਰਮ ਹੋਣ 'ਤੇ ਉਸ 'ਚ ਐਕਸ ਵਾਈ ਜ਼ੈਡ ਨਾ ਹੋਣ, ਠੀਕ ਹੈ। ਅਤੇ ਨਿਊ ਇਕੁਏਸ਼ਨ ਵੀ ਫਾਈਂਡ ਕਰੋ, ਯਾਨੀ ਸਾਨੂੰ ਦੋ ਚੀਜ਼ਾਂ ਕਹਿਤੀਆਂ, ਇੱਕ ਕਿ ਕੋਆਰਡੀਨੇਟਸ ਫਾਈਂਡ ਕਰਨੇ ਨੇ ਪੁਆਇੰਟ ਦੇ, ਦੂਸਰਾ ਉਹਨਾਂ ਨੇ ਕਹਿ ਦਿੱਤਾ ਕਿ ਨਿਊ ਇਕੁਏਸ਼ਨ ਵੀ ਫਾਈਂਡ ਕਰੋ ਅਤੇ ਨਿਊ ਇਕੁਏਸ਼ਨ ਜਿਹੜੀ ਵੀ ਬਣੇਗੀ ਉਸ 'ਚ ਨਾ ਐਕਸ ਹੋਏਗਾ, ਨਾ ਵਾਈ ਹੋਏਗਾ, ਨਾ ਜ਼ੈਡ ਹੋਏਗਾ, ਠੀਕ ਹੈ। ਤਾਂ ਆਪਾਂ ਨੂੰ ਹੁਣ ਕਰਨਾ ਕੀ ਹੈ, ਥੋੜ੍ਹਾ ਜਿਹਾ ਕੁਐਸਚਨ ਦੇਖਣ 'ਚ ਅਤੇ ਸਮਝਣ 'ਚ ਵੀ ਥੋੜ੍ਹਾ ਮੁਸ਼ਕਿਲ ਹੈ, ਲੇਕਿਨ ਇੰਨੀ ਕੋਈ ਵੱਡੀ ਗੱਲ ਨਹੀਂ ਇਸ 'ਚ, ਠੀਕ ਹੈ। ਆਪਾਂ ਨੂੰ ਫਾਈਂਡ ਜੋ ਦੋ ਚੀਜ਼ਾਂ ਕਰਨੀਆਂ ਤੁਹਾਨੂੰ ਜਿੱਦਾਂ ਕਿ ਇੱਕ ਨਿਊ ਇਕੁਏਸ਼ਨ ਫਾਈਂਡ ਕਰਨੀ ਹੈ, ਇੱਕ ਸਾਨੂੰ ਕੋਆਰਡੀਨੇਟਸ ਫਾਈਂਡ ਕਰਨੇ ਨੇ ਕਿਸ ਦੇ, ਜੋ ਵੀ ਸਾਡਾ ਨਿਊ ਓਰੀਜਨ ਹੈ ਉਸ ਦੇ, ਠੀਕ ਹੈ। ਨਿਊ ਓਰੀਜਨ ਦੇ ਸਾਨੂੰ ਕੋਆਰਡੀਨੇਟਸ ਫਾਈਂਡ ਕਰਨੇ, ਕਿਉਂਕਿ ਉਹਨਾਂ ਨੇ ਇਹੀ ਕਿਹਾ ਕਿ ਸਾਡਾ ਓਰੀਜਨ ਜੋ ਟਰਾਂਸਫਾਰਮ ਹੋਇਆ ਤਾਂ ਇਹ ਇਕੁਏਸ਼ਨ ਇੱਕ ਇਹੋ ਜਿਹੀ ਇਕੁਏਸ਼ਨ 'ਚ ਚੇਂਜ ਹੋ ਗਈ ਜਿਸ 'ਚ ਐਕਸ ਵਾਈ ਜ਼ੈਡ ਕੰਟੇਨ ਨਹੀਂ ਕਰਦੇ ਸੀ, ਠੀਕ ਹੈ। ਅਤੇ ਕੋਆਰਡੀਨੇਟਸ ਫਾਈਂਡ ਸਾਨੂੰ ਨਿਊ ਓਰੀਜਨ ਦੇ ਕਰਨੇ ਅਤੇ ਨਿਊ ਇਕੁਏਸ਼ਨ ਫਾਈਂਡ ਕਰਨੀ ਹੈ। ਕੁਛ ਇਹਦੇ 'ਚ ਡਿਫੀਕਲਟੀ ਨਹੀਂ, ਅਸੀਂ ਪਹਿਲਾਂ ਇਕੁਏਸ਼ਨ ਚੱਕਾਂਗੇ ਜੋ ਸਾਡੀ ਗਿਵਨ ਹੈ, ਠੀਕ ਹੈ। ਅਤੇ ਫਸਟ ਡਿਗਰੀ ਟਰਮਸ ਰਿਮੂਵ ਕਰਨੀਆਂ। ਫਸਟ ਡਿਗਰੀ ਟਰਮਸ ਕਿਹੜੀਆਂ, ਐਕਸ ਵਾਈ ਜ਼ੈਡ
ਜਾਂ ਲੀਨੀਅਰ ਟਰਮਸ, ਇਹਨਾਂ ਨੂੰ ਲੀਨੀਅਰ ਟਰਮਸ ਵੀ ਕਹਿ ਸਕਦੇ ਹਾਂ, ਇਹਨਾਂ ਨੂੰ ਅਸੀਂ ਫਸਟ ਡਿਗਰੀ ਟਰਮਸ ਵੀ ਕਹਿ ਸਕਦੇ ਹਾਂ। ਇਹਨਾਂ ਦੋਨਾਂ ਨੂੰ ਦੋਨੋਂ ਚੀਜ਼ਾਂ ਕਹਿ ਸਕਦੇ ਹਾਂ। ਤਾਂ ਕੁਐਸਚਨ 'ਚ ਲੀਨੀਅਰ ਟਰਮਸ ਆਵੇ ਚਾਹੇ ਫਸਟ ਡਿਗਰੀ ਟਰਮਸ ਆਵੇ, ਮਤਲਬ ਸੇਮ ਹੈ। ਤਾਂ ਅਸੀਂ ਰਿਮੂਵ ਕਰਨਾ ਜਦੋਂ, ਤਾਂ ਅਸੀਂ ਕੀ ਕਹਾਂਗੇ, ਲੈਟ ਦ ਓਰੀਜਨ ਬੀ ਸ਼ਿਫਟਡ ਟੂ ਐਲਫਾ ਬੀਟਾ ਗਾਮਾ, ਕਿ ਅਸੀਂ ਓਰੀਜਨ ਨੂੰ ਕਿੱਥੇ ਸ਼ਿਫਟ ਕਰ ਰਹੇ ਹਾਂ, ਐਲਫਾ ਬੀਟਾ ਗਾਮਾ 'ਤੇ। ਅਗਰ ਐਲਫਾ ਬੀਟਾ ਗਾਮਾ 'ਤੇ ਸ਼ਿਫਟ ਕਰਾਂਗੇ ਤਾਂ ਸਾਨੂੰ ਪਤਾ ਹੈ ਸਾਡੇ ਫਾਰਮੂਲਾ ਜੋ ਸੀਗੇ x = x ਡੈਸ਼ ਪਲੱਸ ਐਲਫਾ, y = y ਡੈਸ਼ ਪਲੱਸ ਬੀਟਾ ਤੇ z = z ਡੈਸ਼ ਪਲੱਸ ਗਾਮਾ ਹੁੰਦੇ ਨੇ। ਉਹੀ ਤਿੰਨੋਂ ਵੈਲਿਊਜ਼ ਇਸ ਇਕੁਏਸ਼ਨ 'ਚ ਅਸੀਂ ਪੁੱਟ ਕਰ ਦੇਣੀਆਂ। ਤਾਂ 3x ਦੀ ਜਗ੍ਹਾ x ਡੈਸ਼ ਪਲੱਸ ਐਲਫਾ ਆ ਗਿਆ, y ਦੀ ਜਗ੍ਹਾ y ਡੈਸ਼ ਪਲੱਸ ਬੀਟਾ, z ਦੀ ਜਗ੍ਹਾ z ਡੈਸ਼ ਪਲੱਸ ਗਾਮਾ, x ਦੀ ਜਗ੍ਹਾ x ਡੈਸ਼ ਪਲੱਸ ਐਲਫਾ, y ਦੀ ਜਗ੍ਹਾ y ਡੈਸ਼ ਪਲੱਸ ਬੀਟਾ ਤੇ z ਦੀ ਜਗ੍ਹਾ z ਡੈਸ਼ ਪਲੱਸ ਗਾਮਾ। ਠੀਕ ਹੈ। ਹੁਣ ਅਗਰ ਅਸੀਂ ਇਹਨਾਂ ਨੂੰ ਖੋਲਾਂਗੇ ਤਾਂ ਕੀ ਹੋਏਗਾ, x ਡੈਸ਼ ਸਕੁਅਰ प्लस गामा का स्क्वायर है ना, a स्क्वायर प्लस b स्क्वायर प्लस 2ab 2x डैश गामा और 2 अल्फा सॉरी। ठीक है। फिर इतने बीटा -2 उदा ही बाहर, एदा स्क्वायर खोलो y डैश का स्क्वायर बीटा का स्क्वायर 2 बीटा y डैश। ठीक है। हुण इतने z प्लस गामा का स्क्वायर खोलो z डैश का स्क्वायर प्लस गामा का स्क्वायर प्लस 2 गामा z डैश। सही है। फिर 6x डैश मल्टीप्लाई किया तो 6 अल्फा। ठीक है। -8y डैश तो -8 बीटा, 4z डैश प्लस 4 गामा प्लस 11 = 0। ठीक है। ਹੁਣ ਇਹਨਾਂ ਸਭ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ ਕੌਂਸਟੈਂਟਸ ਜੋ ਬਾਹਰ ਨੇ, ਜਿਵੇਂ 3x ਡੈਸ਼ ਸਕੁਅਰ ਬਣ ਜਾਏਗਾ ਤੇ ਇਹ 6 ਗਾਮਾ x 6 ਅਲਫਾ x ਡੈਸ਼ ਤੇ 3 ਅਲਫਾ ਸਕੁਅਰ, ਇੱਦਾਂ ਇਹ ਟਰਮਸ ਬਣ ਜਾਣਗੀਆਂ। ਉਹ ਟਰਮਸ ਨੂੰ ਅਸੀਂ ਕੀ ਕਹਿੰਦੇ ਨੇ, ਇਕੱਠੇ ਕਰਨਾ ਤੇ ਅਸੀਂ ਇੱਕ ਚੀਜ਼ ਕਰਾਂਗੇ ਉਹਦੇ ਨਾਲ। ਠੀਕ ਹੈ। ਪਹਿਲਾਂ ਮੈਂ ਇਸ ਟਰਮਸ ਨੂੰ ਇੱਕ ਵਾਰੀ ਕਾਪੀ 'ਤੇ ਲਿਖ ਲੈਂਦਾ ਵਾਂ। ਤਾਂ ਸਾਨੂੰ ਬੁੱਕ ਦੇ ਵਿੱਚ ਇਹ ਟਰਮ ਗਿਵਨ ਸੀਗੀ, ਅਸੀਂ ਜਸਟ ਮਲਟੀਪਲਾਈ ਕੀਤਾ ਤਾਂ ਇਸ ਨੂੰ 3x ਡੈਸ਼ ਸਕੁਅਰ 3 2 6 ਤੇ 3 ਅਲਫਾ ਸਕੁਅਰ ਇਹ ਹੋ ਗਿਆ। ਉਸੇ ਤਰ੍ਹਾਂ -2 ਤੇ +2 -4 -2 ਬੀਟਾ ਸਕੁਅਰ। ਠੀਕ ਹੈ। ਇਹ z ਦੇ ਉੱਦਾਂ ਹੀ ਰਹੇ ਟਰਮ ਤੇ 6x ਵਗੈਰਾ ਸਾਰੇ ਉੱਦਾਂ ਦੇ ਉੱਦਾਂ ਹੀ ਰਹੇ। ਫਿਰ ਅਸੀਂ ਕੀ ਕਰਨਾ, ਜਿੱਦਾਂ ਅਸੀਂ ਪਿਛਲੇ ਸਮ ਦੇ ਵਿੱਚ ਕੀਤਾ ਸੀ, x ਡੈਸ਼ ਸਕੁਅਰ ਵਾਲੇ ਸਾਰੇ ਅਲੱਗ, y ਡੈਸ਼ ਸਕੁਅਰ ਅਲੱਗ, z ਡੈਸ਼ ਸਕੁਅਰ ਅਲੱਗ, ਫਿਰ x ਡੈਸ਼ y ਡੈਸ਼ z ਡੈਸ਼। तो 3x डैश स्क्वायर वाली टर्म कल ਇੱਕੋ ਹੀ ਹੈ तो उसਨੂੰ अलग कर लिया। फिर y डैश स्क्वायर वाली टर्म कल ਇੱਕੋ ਹੀ है उसਨੂੰ अलग कर लिया। फिर z डैश स्क्वायर वाली टर्म ਇੱਕੋ ਹੀ है उसਨੂੰ अलग कर लिया। फिर x डैश वाली ਕਿਹੜੀ ਹੈ, ਇੱਕ ਹੈ x डैश है तो 6 अल्फा अंदर तो एक x डैश है 6 अल्फा प्लस 6। ठीक है। प्लस y डैश ਦੀ ਵਾਰੀ ਆਈ, y डैश वाली टर्म ਕਿਹੜੀ है 4 बीटा, वो भी माइनस ਦਾ तो -4 बीटा ਤੇ y डैश ਦੀ ਹੋਰ ਕਿਹੜੀ ਟਰਮ ਸੀ -8 ਤਾਂ 4 बीटा -8। z डैश वाली टर्म देखिए, z डैश वाली टर्म एक साइड तो है 2 गामा तो एक z डैश वाली टर्म है +4 तो +4। ठीक है। ਇਹ ਸਾਡੀ ਵੈਲਿਊਜ਼ ਆ ਗਈਆਂ x डैश y डैश ਤੇ z डैश ਦੇ ਕੋਐਫੀਸ਼ੀਐਂਟਸ ਦੀ। ਠੀਕ ਹੈ। ਫਿਰ ਜੋ ਬਚ ਗਈਆਂ ਟਰਮਸ ਉਹ ਲਿਖ ਲਓ, ਜਿਵੇਂ ਇਹ ਬਚ ਗਿਆ 3 ਅਲਫਾ ਸਕੁਅਰ 2 ਬੀਟਾ ਸਕੁਅਰ, ਇੱਥੇ ਗਾਮਾ ਸਕੁਅਰ, ਇਹ 6 ਅਲਫਾ 8 ਬੀਟਾ 4 ਗਾਮਾ ਤੇ ਲਾਸਟ ਵਿੱਚ 11, ਇਹ ਸਾਰੇ ਬਚ ਗਏ ਸਾਡੇ ਕੌਂਸਟੈਂਟਸ ਨੇ। ਹੁਣ ਸਾਨੂੰ ਕੁਐਸਚਨ 'ਚ ਉਹਨਾਂ ਨੇ ਕਿਹਾ ਕਿ ਇਕੁਏਸ਼ਨ ਇਹੋ ਜਿਹੀ ਬਣੇਗੀ ਜਿਸ 'ਚ x y z ਕੰਟੇਨ ਨਾ ਹੋਣ। ਤਾਂ x y z ਕਿਹੜੇ ਹੋਣਗੇ, ਇਹੀ ਹੋਣਗੇ। ਤਾਂ ਇਹਨਾਂ ਦੇ ਜੋ ਕੋਐਫੀਸ਼ੀਐਂਟ ਹੈ ਉਹਨਾਂ ਨੂੰ ਅਸੀਂ 0 ਕਰ ਦਿੰਦੇ ਹਾਂ। ਅਗਰ 0 ਹੋ ਗਏ ਤਾਂ ਇਹ ਕੰਟੇਨ ਹੀ ਨਹੀਂ ਕਰਨਗੇ। 0 × x ਡੈਸ਼ 0 ਹੋ ਜਾਏਗਾ, ਇਹ ਵੀ 0 ਤੇ ਇਹ ਵੀ 0 ਹੋ ਜਾਏਗਾ। ਤਾਂ ਅਸੀਂ ਇਸ ਨੂੰ ਇਕੁਅਲ ਟੂ 0 ਕਰ ਦਿੰਦੇ ਹਾਂ ਤਾਂ ਸਾਡੀ ਇਹ ਵੈਲਿਊ ਓਬਵੀਅਸਲੀ 0 ਬਣ ਜਾਏਗੀ। ਤਾਂ 6 ਅਲਫਾ + 6 = 0, 6 उधर जाएगा -6, 6 अल्फा = -6, अल्फा की वैल्यू क्या आ जाएगी, 6 डिवाइड होएगा अल्फा की वैल्यू -1। ठीक है। अल्फा की सानू वैल्यू पता चल चुकी है। ठीक है। उसी तरह एक y डैश सीगा, y डैश तो की है ने -4 बीटा -8, इसमें असी इक्वल टू 0 कर दिया। अगर इसमें इक्वल टू 0 करांगे तो -4 बीटा उस साइड 8 गया तो +8, लेकिन -4 खुद नीचे जाएगा, डिवाइड करेगा बीटा की वैल्यू -2 तो इतने z डैश का कोएफिशिएंट 2 गामा +4, इसनों लैके गए +4 उत्थे जाएगा -4 तो 2 डिवाइड होगा -4/2 तो गामा की वैल्यू -2। तो साढ़े तो अल्फा बीटा गामा तीनों आ गए, कि आ गए अल्फा बीटा तो गामा। तो अल्फा बीटा गामा साढ़े की होंगे ने, न्यू ओरीजन के पॉइंट्स होंगे ने, है ना। तो वो न्यू ओरीजन के पॉइंट या न्यू ओरीजन के कोआर्डीनेट्स वो सानू मिल चुके हैं -1 2 -2। जो इन्होंने स्टार्टिंग सानू फाइंड करने क्या, फाइंड द कोआर्डीनेट्स ऑफ द पॉइंट ऑन ट्रांसफॉर्मिंग द ओरीजन, यानी कि न्यू ओरीजन ਦੇ ਸਾਨੂੰ ਪੁਆਇੰਟਸ ਜਾਂ ਕੋਆਰਡੀਨੇਟਸ ਮਿਲ ਚੁੱਕੇ ਨੇ। ਉਹ ਵਾਲਾ ਸਾਡਾ ਇੱਕ ਚੀਜ਼ ਹੋ ਗਈ। ਤਾਂ ਫਸਟ ਚੀਜ਼ ਤਾਂ ਅਸੀਂ ਫਾਈਂਡ ਕਰ ਲਈ। ਹੁਣ ਉਹਨਾਂ ਨੇ ਕਿਹਾ ਸੀਗਾ ਫਾਈਂਡ ਦ ਨਿਊ ਇਕੁਏਸ਼ਨ। ਨਿਊ ਇਕੁਏਸ਼ਨ ਫਾਈਂਡ ਕਰਨੀ ਹੈ
ਤਾਂ ਉਸ ਲਈ ਕੀ ਕਰਾਂਗੇ, ਐਲਫਾ ਦੀ ਵੈਲਿਊ ਇਸ 'ਚ ਪੁੱਟ ਕਰ ਦਿਓ, ਗਾਮਾ ਦੀ ਵੈਲਿਊ ਤੇ ਬੀਟਾ ਦੀ ਵੈਲਿਊ, ਤਿੰਨਾਂ ਦੀ ਵੈਲਿਊ ਪੁੱਟ ਕਰ ਦਿਓ। ਤਾਂ ਹੋਏਗਾ ਕੀ, ਹੋਣਾ ਕੀ ਕਹਿੰਦੇ ਨੇ, ਜਸਟ ਇੱਥੇ ਬੁੱਕ ਦੇ ਵਿੱਚੋਂ ਹੀ ਦਿਖਾ ਦਿੰਦਾ, ਜਸਟ 3x ਡੈਸ਼ ਸਕੁਅਰ ਵਗੈਰਾ ਸਾਰੀ ਟਰਮਸ ਸੀਗੀਆਂ ਸਾਡੀਆਂ, ਇਹ ਸਾਰੀ ਸੀਗੀਆਂ। x ਡੈਸ਼ ਵਾਲੀ ਟਰਮ ਐਵਰੇਜ ਜੋ ਟਰਮ ਬਣੀ ਸਾਡੀ ਉਹ 0 ਹੋ ਗਈ, ਇਹ y ਡੈਸ਼ ਨਾਲ ਐਵਰੇਜ ਟਰਮ ਸੀ ਇਹ ਵੀ 0, z ਡੈਸ਼ ਵਾਲੀ ਵੀ 0। ਹੁਣ ਐਲਫਾ ਸਕੁਅਰ ਸੀ 3 ਐਲਫਾ ਸਕੁਅਰ ਸੀ, ਅਸੀਂ ਇੱਥੇ ਲਿਖਿਆ ਵੀ ਹੈ 3 ਐਲਫਾ ਸਕੁਅਰ, ਤਾਂ 3 ਐਲਫਾ ਸਕੁਅਰ ਸੀ, ਐਲਫਾ ਦੀ ਵੈਲਿਊ ਕਿੰਨੀ -1, -1 ਦਾ ਸਕੁਅਰ ਕਰਾਂਗੇ ਤਾਂ ਆਬਵੀਅਸਲੀ ਉਹ प्लस हो जाएगा तो 3 ही रहेगा, तो यह टर्म 3 बनी। 2 बीटा स्क्वायर, बीटा की वैल्यू कितनी सी -2, -2 का स्क्वायर कितना +4 बनेगी, +4 इंटू -2 तो -8, तो इतना -8 आ गया। गामा स्क्वायर, गामा की वैल्यू कितनी -2, -2 का स्क्वायर करांगे की होएगा +4, तो इतने +4 बन गया। उस तो बाद 6 एल्फा, एल्फा की वैल्यू कितनी -1, तो 6 ना मल्टीप्लाई होया तो -6, ठीक है। -8 बीटा, बीटा की वैल्यू कितनी -2, तो इतने -8 है, तो -8 इंटू -2 +16, तो +16 आ गया। 4 गामा, 4 इंटू गामा, गामा की वैल्यू -2 है, तो 4 2 सा 8, तो माइनस आ गया -8 तो 11। ये सारे कॉन्सटेंट टर्म साडियाँ अल्फा बीटा गामा की, हम इसनों कैलकुलेट करांगे तो साडा आंसर 12 आ रहा है, ठीक है। एक बार खुद देख भी लेंगे हैं, जो पॉजिटिव वाली पहला वो देख लो सारियाँ, 3 है, 4 है, 16 है, तो 11 है, ठीक है। 6 तो इन्होंने सारों ऐड करके देखो, इसनों ऐड करांगे 3 4 7, 7 1 7 ते 2 27, 27 ते 7 ऐड करांगे 34, तो 34 तो इतने माइनस वाली सारी ऐड कर लो, -8 -8 16, 16 ते 6 कहते हैं 22, तो 34 -22, 34 तो 22 माइनस करांगे 2 तो 3 1 12, तो 12 ही आंसर आ रहे से इतने, यानी कि आंसर बिल्कुल करैक्ट है। तो 3x क्या, 3x डैश क्या -2y डैश के प्लस z डैश के प्लस 12 इक्वल टू 0, तो डैशेस असी हटा दिए, तो 3x डैश के डैश की जगह 3x के 2y z के तो 12 इक्वल टू 0। तो इन्होंने वही दसता कि शिफ्ट कितने हुई सी, इस पॉइंट से शिफ्ट हुई सी, जो असी पहले इतने डिस्कस कर लिया कि किहड़ा पॉइंट से -1 -2 तो उस पॉइंट पर जाके शिफ्ट हुई, तो शिफ्ट होने तो बाद इक्वेशन साडी ट्रांसफॉर्म वाली यह हुई, तो इस दे विच कोई भी फर्स्ट डिग्री टर्म एग्जिस्ट नहीं करती है, ठीक है। इस तरह असी ਸਿੰਪਲੀ ਇਸ ਨੂੰ ਸੋਲਵ ਕਰ ਸਕਦੇ ਹਾਂ। ਹੁਣ ਆਪਣੀ ਐਕਸਰਸਾਈਜ਼ ਦੇ ਵਿੱਚ ਜੋ ਪ੍ਰੀਵੀਅਸ ਈਅਰ ਆਇਆ ਉਸ ਨੂੰ ਆਪਾਂ ਕਰਾਂਗੇ, ਟਿਕ ਲਗਾ ਲਿਓ ਇਹਨੇ, ਇਹ ਕਰਾਂਗੇ, ਠੀਕ ਹੈ।